ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੇ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਯੂ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਯੂ। ਲੋਕ ਸੁਨਿਓ ਪਰ ਲੋਕ ਸੁਨਿਓ ਵੇਦ, ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ, ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਯੂ। ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ, ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਯੂ। ਜੁਗੋ ਜੁਗ ਅਟਲ ਪ੍ਰਤੱਖ ਸਤਿਗੁਰੂ ਗੁਰਬਾਣੀ ਸਰੂਪ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸਤਿਗੁਰੂ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਹਾ ਕੋ ਰਹੀਮ। अमा बख्श बख्शिंद ओ दस्तगीर, रजा बख्श रोजी देहो दिल पजीर। शहनशाह खूबी देहो रहनमू, के बेगून बेचून चूबे नमू। मुर्शिदुल आलमीन सतगुरु, रहमतुल मुज़नबीन सतगुरु।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਸਨਮਾਨਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਾਨੂੰ ਸਾਰਿਆਂ ਨੂੰ ਹੀ ਇਸ ਪਾਵਨ ਪਵਿੱਤਰ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਰਲ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਹਾਸਲ ਹੋ ਰਿਹਾ ਹੈ। ਸਭਨਾਂ ਦੇ ਉਤਕ੍ਰਿਸ਼ਟ ਭਾਗ ਹਨ, ਵੱਡੇ ਭਾਗ ਹਨ, ਜੋ ਕਿ ਅੱਜ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਦੇਵ ਗੋਬਿੰਦ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਅਵਤਾਰ ਦਿਹਾੜਾ ਹੈ। ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਅਵਤਾਰ ਦਿਹਾੜੇ ਦੀਆਂ ਸਾਧ ਸੰਗਤ ਜੀ ਬੇਅੰਤ ਬੇਅੰਤ ਵਧਾਈਆਂ ਹੋਵਨ। ਸਾਧ ਸੰਗਤ ਜੀਓ, ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਪਵਿੱਤਰ ਬਚਨ ਹਨ। ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫਲੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅਸੀਂ ਸੱਦ ਕੇ ਜਾਂਦੇ ਹਾਂ, ਵਾਰਨੇ ਬਲਿਹਾਰਨੇ ਨੇ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਤੇ ਜਿਹੜੇ ਭਾਏ ਭਗਤ, ਭਾਏ ਭਗਤ ਦਾ ਅਰਥ ਹੁੰਦਾ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਗੁਰੂ ਸਾਹਿਬ ਜੀ ਦੇ ਗੁਰਪੁਰਬਾਂ ਨੂੰ ਮਨਾਉਣਾ ਕਰਦੇ ਨੇ, ਗੁਰੂ ਸਾਹਿਬ ਜੀ ਦੇ ਗੁਰਪੁਰਬਾਂ ਤੇ ਹਾਜ਼ਰੀਆਂ ਭਰਦੇ ਨੇ, ਸਤ ਸੰਗਤ ਕਰਦੇ ਹਨ। ਅੱਗੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਹੜੇ ਗੁਰਪੁਰਬ ਵਾਲੇ ਦਿਨ ਮਹਾਰਾਜ ਦੇ ਦਰ ਘਰ ਦੇ ਉੱਤੇ ਜਾ ਕੇ ਸੇਵਾਵਾਂ ਕਰਦੇ ਹਨ, ਸਤ ਸੰਗਤ ਵਿੱਚ ਹਾਜ਼ਰੀਆਂ ਭਰਦੇ ਹੈ, ਉਹਨਾਂ ਨੂੰ ਸਾਧ ਸੰਗਤ ਜੀ ਕੀ ਪ੍ਰਾਪਤ ਹੁੰਦਾ ਹੈ? ਤਾਂ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਗੁਰ ਸੇਵਾ ਫਲ ਸੁਫਲ ਫਲੰਦੇ। ਜਦੋਂ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਨ ਤੋ ਸਾਧ ਸੰਗਤ ਜੀ ਫਲ ਸੁਫਲ, ਫਲਾਂ ਚੋਂ ਸ੍ਰੇਸ਼ਟ ਫਲ ਦੀ ਪ੍ਰਾਪਤੀ ਹੁੰਦੀ ਹੈ। ਤੇ ਫਲੰਦੇ, ਉਹਨਾਂ ਦੀ ਜੋ ਵੀ ਇੱਛਾ ਹੁੰਦੀ ਹੈ, ਜੋ ਵੀ ਕਾਮਨਾ ਹੁੰਦੀ ਹੈ, ਜੋ ਵੀ ਖੁਆਇਸ਼ ਹੁੰਦੀ ਹੈ, ਉਹ ਸਾਧ ਸੰਗਤ ਜੀ ਪੂਰੀ ਹੋ ਜਾਂਦੀ ਹੈ। ਸਾਧ ਸੰਗਤ ਜੀ ਸਮੂਹ ਸੰਗਤ ਵੱਲੋਂ ਪਰਸੋਂ ਤੋਂ ਧੁਰ ਕੀ ਬਾਣੀ ਦੇ, ਅਕਾਲੀ ਬਾਣੀ ਦੇ, ਸੱਚ ਕੀ ਬਾਣੀ ਦੇ ਸ੍ਰੀ ਅਖੰਡ ਜਾਪ ਇਸ ਪਾਵਨ ਪਵਿੱਤਰ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬਾਂ ਦੇ ਸੰਬੰਧ ਵਿੱਚ ਆਰੰਭ ਕਰਵਾਏ। ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗ੍ਰੰਥੀ ਸਾਹਿਬਾਨ ਜੀ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸੰਪੂਰਨ ਗੁਰਬਾਣੀ ਦੇ ਜਾਪ ਕੀਤੇ। ਅਰਦਾਸ ਉਪਰੰਤ ਸਮਾਪਤੀ ਹੋਈ ਹੈ। ਉਪਰੰਤ ਸਾਧ ਸੰਗਤ ਜੀ ਸਤਿਕਾਰਯੋਗ ਰਾਗੀ ਸਾਹਿਬਾਨ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਗੁਰਬਾਣੀ ਦੇ ਸ਼ਬਦ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੇ ਸ਼ਬਦ ਗਾਇਨ ਕਰਕੇ ਸੰਗੀਤ ਦੇ ਨਿਯਮਾਂ ਦੇ ਵਿੱਚ ਰਸ ਭਿੰਨਾ ਕੀਰਤਨ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਆਪਣੀ ਰਸਨਾ ਨੂੰ ਵਡਭਾਗੇ ਸੁਭਾਗੇ ਬਣਾਇਆ ਹੈ। ਦਾਸ ਨੂੰ ਵੀ ਕੁਝ ਕੁ ਸਮਾਂ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਕਰਨ ਨੂੰ ਪ੍ਰਾਪਤ ਹੋਇਆ ਹੈ।
ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਸਾਧ ਸੰਗਤ ਜੀ, ਕਿਉਂਕਿ ਤੁੱਛ ਬੁੱਧੀ ਹੈ ਤੇ ਪੂਰੇ ਸਤਿਗੁਰੂ ਜੀ ਦੀ ਮਹਿਮਾ ਅਸੀਂ ਅਧੂਰੇ ਨਹੀਂ ਕਰ ਸਕਦੇ ਹਾਂ। ਇਹ ਗੁਰੂ ਸਾਹਿਬ ਜੀ ਆਪ ਕਿਰਪਾ ਕਰਨ, ਆਪ ਸੰਗਤ ਦੀ ਅਸੀਸ ਸਦਕਾ ਆਪਾਂ ਸਭਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਾਉਣੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਦਰੇ ਰਹਿਮਤ ਦੇ ਪਾਤਰ ਹੋਣਾ ਹੈ। ਕਿਉਂਕਿ ਸਾਧ ਸੰਗਤ ਜੀ, ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਹੋ ਜਾਵੇ ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ। ਜੇ ਗੁਰੂ ਦੀ ਨਜ਼ਰ ਹੋ ਜਾਵੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਸਾਧ ਸੰਗਤ ਜੀ ਇਹ ਬਰਕਤ ਹੈ। ਜੇ ਗੁਰੂ ਸਾਹਿਬ ਜੀ ਨਜ਼ਰ ਕਰ ਦੇਣ, ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ। ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਹੋ ਜਾਵੇ, ਕਿਆ ਹੰਸ ਕਿਆ ਬਗਲਾ, ਬਗਲੇ ਨੂੰ ਹੰਸ ਬਣਾਉਣ ਦੀ ਤਾਂ ਸਾਧ ਸੰਗਤ ਜੀ ਕੀ ਗੱਲ ਹੈ। ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਨਿਗਾਹ ਹੋ ਜਾਵੇ ਤਾਂ ਸਾਧ ਸੰਗਤ ਜੀ ਕਾਗੋ ਹੰਸ ਕਰੇ। ਜਿਹੜੇ ਕਾਂ ਵਰਗੇ ਹੈ ਨਾ, ਕਾਂ ਦਾ ਖਾਣਾ ਸਾਧ ਸੰਗਤ ਜੀ ਵਿਸ਼ਟਾ ਹੁੰਦਾ ਹੈ, ਗੰਦਗੀ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ। ਜੇ ਕਾਂ ਨੂੰ ਅੰਮ੍ਰਿਤ ਵੀ ਪਾ ਦਈਏ ਤੇ ਸਾਧ ਸੰਗਤ ਜੀ ਉਹ ਵਿਸ਼ਟਾ ਖਾਂਦਾ ਹੈ, ਗੰਦਗੀ ਖਾਂਦਾ ਹੈ, ਗੋਹਾ ਆਦਿਕ ਖਾਂਦਾ ਹੈ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਦੇ ਵਿੱਚ ਸਾਧ ਸੰਗਤ ਜੀ ਇਹ ਸਮਰੱਥਾ ਹੈ, ਕਾਗੋ ਹੰਸ ਕਰੇ। ਮਹਾਰਾਜ ਕਾਂ ਵਰਗੇ ਜਿਨ੍ਹਾਂ ਦੇ ਜੀਵਨ ਬੜੇ ਗੰਦਗੀ ਦੇ ਨਾਲ ਲਬਰੇਜ ਸੀ, ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਲਾਜਵਰ ਵਰਗੇ, ਸੌ ਸੁਹਾਗਣ ਵਰਗੇ ਵਿਭਚਾਰੀ ਬਣੇ ਹੋਏ ਸੀ। ਸਾਧ ਸੰਗਤ ਜੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਜ਼ਰ ਕਰ ਦਿੱਤੀ ਤੇ ਸਾਧ ਸੰਗਤ ਜੀ ਹੰਸ ਕਰੇ, ਹੰਸ ਬਣ ਗਏ ਸੀ, ਸੰਤ ਬਣ ਗਏ ਸੀ। ਇੱਕ ਉਰਦੂ ਦੇ ਸ਼ਾਇਰ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਦੇ ਸੰਬੰਧ ਵਿੱਚ ਬਚਨ ਉਚਾਰਨ ਕੀਤੇ ਹਨ ਕਿ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਿਹਰ ਦੀ ਨਿਗਾਹ ਦੇ ਵਿੱਚ ਕੀ ਬਰਕਤ ਹੈ। ਤਾਂ ਉਹ ਉਰਦੂ ਦਾ ਸ਼ਾਇਰ ਕਹਿੰਦਾ ਹੈ, नदरे रहमत से गुरु नानक ने जिधर इशारा कर दिया, जर्रे को सूरज किया, कतरे को दरिया कर दिया। नदरे रहमत से गुरु नानक ने जिधर इशारा कर दिया, जर्रे को सूरज किया, कतरे को दरिया कर दिया। दैंत साधु बना, सज्जन भी सज्जन हो गया, अरे बंदों की क्या बात थी, रीठे को भी मीठा कर दिया। इश्क की भट्टी में डालकर जब कुंदन किया, इश्क की भट्टी में डालकर जब कंचन किया, लहने से अंगद किया, अंगद से अल्लाह कर दिया। साध संगत जी, जदों महाराज ने मेहर दी निगाह की भाई लहणा जी दे उत्ते, पहला गुरु अंगद देव जी बनाया, फिर अपनी विच जोत प्रवेश करके साध संगत जी अल्लाह कर दिया, रब बना दिता, वाहिगुरु बना दिता। आपां सारे इत्थे इकत्तर होए आ महाराज साहब जी दे गुरपुरब दे सन्मान दे विच सारियां ने बड़े ध्यान दे नाल, इकाग्रता दे नाल प्रभ की उस्तत करो संत मीत, सावधान एकाग्र चीत। जे असी ध्यान दे नाल बैठांगे, चुप करके बैठांगे ते साध संगत जी फिर गुरु साहब जी दी नदर होएगी। इत्थे गुरु साहब जी दियां आपां खुशियां लैण वास्ते पहुंचे आ। मेरी बेनती है संगत नूं कि
ਥੋੜਾ ਚੁੱਪ ਕਰਕੇ ਆਪਾਂ ਬੈਠੀਏ ਤੇ ਧਿਆਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਜੀ ਦੀ ਜਿਹੜੀ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਉਸ ਪਾਸੇ ਆਪਾਂ ਧਿਆਨ ਦਈਏ, ਜਿਸ ਕਰਕੇ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹ ਸੰਸਾਰ ਵਿੱਚ ਕਿਉਂ ਆਉਂਦੇ ਹਨ ਤੇ ਅਵਤਾਰ ਦੀ ਕੀ ਪਰਿਭਾਸ਼ਾ ਹੈ, ਤੇ ਸਾਧ ਸੰਗਤ ਜੀ ਅਵਤਾਰ ਕਿੰਨੇ ਕਿਸਮ ਦੇ ਹੁੰਦੇ ਆ। ਤੇ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਸ ਦੇ ਅਵਤਾਰ ਸੀ? ਤਾਂ ਸਾਧ ਸੰਗਤ ਜੀ, ਦਸਮ ਪਾਤਸ਼ਾਹ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮ ਗੁਰਬਾਣੀ ਦੇ ਵਿੱਚ ਇਹ ਬਚਨ ਉਚਾਰਨ ਕਰਦੇ ਹਨ, ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਧਰਤੀ ਤੇ ਪਾਪ ਵੱਧ ਜਾਂਦੇ ਹਨ, ਜ਼ੁਲਮ ਵੱਧ ਹੁੰਦੇ ਹਨ, ਉਦੋਂ ਉਦੋਂ ਅਕਾਲ ਪੁਰਖ ਵਾਹਿਗੁਰੂ ਸਰਗੁਣ ਅਵਤਾਰ ਧਾਰਨ ਕਰਦੇ ਹਨ। ਭਗਵਤ ਗੀਤਾ ਦੇ ਵਿੱਚ ਵੀ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ, ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤਾ ਅਭਿਉત્ਥਾਨਮ ਅਧਰਮਸਯ ਤਦਾਤਮਾਨੰ ਸਿਰਜਾਮਿ ਹਮ। ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਅਧਰਮ ਵੱਧ ਜਾਂਦਾ ਹੈ, ਪਾਪ ਵੱਧ ਜਾਂਦਾ ਹੈ, ਉਦੋਂ ਉਦੋਂ ਅਕਾਲ ਪੁਰਖ ਵਾਹਿਗੁਰੂ ਜਿਹੜੇ ਨੇ ਉਹ ਸਰਗੁਣ ਅਵਤਾਰ ਧਾਰਨ ਕਰਦੇ ਹਨ। ਅਵਤਾਰ ਦਾ ਅਰਥ ਮਹਾਂਪੁਰਸ਼ ਦੱਸਦੇ ਹੈ, ਅਵਤਾਰ ਰਕਸ਼ਤੀ ਸਾ ਅਵਤਾਰਾ। ਅਵਤਾਰ ਦਾ ਅਰਥ ਸਾਧ ਸੰਗਤ ਜੀ ਹੁੰਦਾ ਹੈ ਵਿਪਤਾ, ਦੁੱਖ। ਤੇ ਸਾਧ ਸੰਗਤ ਜੀ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਅਵਤਾਰ ਰਕਸ਼ਤੀ, ਜਿਹੜੇ ਦੁੱਖਾਂ ਤੋਂ ਜੀਵਾਂ ਦੀ ਰੱਖਿਆ ਕਰਨ, ਦੁੱਖਾਂ ਦੇ ਵਿੱਚ ਸਹਾਈ ਹੋਣ, ਮਦਦਗਾਰ ਹੋਣ, ਸਾਧ ਸੰਗਤ ਜੀ ਉਹ ਅਵਤਾਰੀ ਪੁਰਸ਼ ਹੁੰਦੇ ਆ। ਵਿਦਵਾਨ ਮਹਾਂਪੁਰਸ਼ ਦੱਸਦੇ ਆ ਕਿ 6 ਕਿਸਮ ਦੇ ਅਵਤਾਰ ਹੁੰਦੇ ਆ। ਇੱਕ ਨਿਤ ਅਵਤਾਰ ਹੁੰਦੇ ਆ, ਇੱਕ ਨਮਿਤ ਹੁੰਦੇ ਆ, ਅਵੇਸ਼ਾ ਅਵਤਾਰ ਹੁੰਦੇ ਆ, ਪੂਰਨ ਅਵਤਾਰ ਹੁੰਦੇ ਹਨ, ਅੰਸਾ ਅਵਤਾਰ ਹੁੰਦੇ ਹਨ ਤੇ ਕਲਾ ਅਵਤਾਰ ਹੁੰਦੇ ਹਨ। ਨਿਤ ਅਵਤਾਰ ਸਾਧ ਸੰਗਤ ਜੀ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ, ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ, ਜਿਨ੍ਹਾਂ ਨੂੰ ਕਿਹਾ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸਿ ਨਾਨਕਾ ਪੂਰਨ ਸੋਈ ਸੰਤ। ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਤੇ ਉਹ ਨਿਤ ਅਵਤਾਰ ਹੁੰਦੇ ਆ। ਪਰ ਸਾਧ ਸੰਗਤ ਜੀ, ਬੰਦਗੀ ਵਾਲੀਆਂ ਰੂਹਾਂ ਹਰੇਕ ਨਗਰ ਤੇ ਹਰੇਕ ਇਲਾਕੇ ਦੇ ਵਿੱਚ ਨਹੀਂ ਹੁੰਦੀਆਂ। ਗ੍ਰੰਥਾਂ ਦੇ ਵਿੱਚ ਕਿਹਾ ਹੈ, ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਬਨ ਬਨ ਮੈਂ ਚੰਦਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਹਰੇਕ ਪਹਾੜ ਦੇ ਵਿੱਚ ਗਿਰ ਗਿਰ ਮੈਂ ਮਾਨਕ ਨਹੀਂ, ਮਾਨਕ ਪੱਥਰ ਨਹੀਂ ਹੁੰਦਾ ਹਰੇਕ ਪਹਾੜ ਦੇ ਵਿੱਚ। ਤੇ ਗਜ ਗਜ ਮੋਤੀ ਨਾਹੇ, ਹਰੇਕ ਹਾਥੀ ਦੇ ਸਿਰ ਤੇ ਮੋਤੀ ਨਹੀਂ ਹੁੰਦਾ ਹੈ। ਤੇ ਬਨ ਬਨ ਮੈਂ ਚੰਦਨ ਨਹੀਂ, ਹਰੇਕ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ। ਤੇ ਸੰਤ ਨਾ ਪੁਰ ਪੁਰ ਮਾਹੇ, ਸੰਤ ਵੀ ਹਰੇਕ ਇਲਾਕੇ ਦੇ ਵਿੱਚ ਨਹੀਂ ਹੁੰਦੇ। ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਜਿਹੜੇ ਕਮਾਈਆਂ ਵਾਲੇ ਮਹਾਂਪੁਰਸ਼ ਹੁੰਦੇ ਆ ਉਹਨਾਂ ਨੂੰ ਨਿਤ ਅਵਤਾਰ ਕਹਿੰਦੇ ਹਨ, ਉਹ ਜਨਮ ਮਰਨ ਦੇ ਵਿੱਚ ਨਹੀਂ ਹੁੰਦੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਹੁੰਦੇ ਆ ਨਿਮਿਤ ਅਵਤਾਰ। ਨਿਮਿਤ ਅਵਤਾਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਕਿਸੇ ਕਾਰਨ ਵਾਸਤੇ ਅਵਤਾਰ ਧਾਰਨ ਕਰਨਾ। ਜਿਵੇਂ ਪ੍ਰਹਿਲਾਦ ਜੀ ਦੀ ਰੱਖਿਆ ਵਾਸਤੇ ਨਰਸਿੰਘ ਦਾ ਅਵਤਾਰ ਹੋਇਆ ਸੀ ਅਤੇ ਪ੍ਰਹਿਲਾਦ ਜੀ ਦੀ ਰੱਖਿਆ ਕਰਕੇ ਹਰਨਾਕਸ਼ ਨੂੰ ਮਾਰ ਕੇ ਨਰਸਿੰਘ ਜੀ ਅਲੋਪ ਹੋ ਗਏ ਸੀ। ਸੋ ਸਾਧ ਸੰਗਤ ਜੀ, ਕਿਸੇ ਕਾਰਨ ਕਰਕੇ ਅਵਤਾਰ ਹੋਣਾ ਉਹਨਾਂ ਨੂੰ ਕਹਿੰਦੇ ਆ ਨਿਮਿਤ ਅਵਤਾਰ। ਇੱਕ ਹੁੰਦੇ ਆ ਅਵੇਸ਼ਾ ਅਵਤਾਰ। ਅਵੇਸ਼ਾ ਅਵਤਾਰ ਉਹਨਾਂ ਨੂੰ ਕਹਿੰਦੇ ਆ ਕਿ ਜਿਨ੍ਹਾਂ ਦੇ ਕੋਲ ਪਹਿਲਾਂ ਕੋਈ ਸ਼ਕਤੀ ਨਾ ਹੋਵੇ, ਪਰ ਜਦੋਂ ਭਜਨ ਸਿਮਰਨ ਕੀਤਾ, ਜਪ ਤਪ ਕੀਤਾ, ਕੋਈ ਸ਼ਕਤੀ ਅਵੇਸ਼ ਕਰ ਜਾਵੇ, ਪ੍ਰਵੇਸ਼ ਕਰ ਜਾਵੇ, ਤੇ ਉਹਨਾਂ ਨੂੰ ਅਵੇਸ਼ਾ ਅਵਤਾਰ ਕਹਿੰਦੇ ਆ। ਜਿਵੇਂ
ਪਰਸਰਾਮ ਰਿਸ਼ੀ ਹੋਇਆ ਹੈ। ਉਹਦੇ ਵਿੱਚ ਪਹਿਲਾਂ ਸ਼ਕਤੀ ਕੋਈ ਨਹੀਂ ਸੀ, ਪਰ ਜਦੋਂ ਪਰਸਰਾਮ ਨੇ ਜਪ ਤਪ ਕੀਤਾ, ਭਜਨ ਬੰਦਗੀ ਕੀਤੀ, ਤੇ ਸਾਧ ਸੰਗਤ ਜੀ ਦੋ ਸ਼ਕਤੀਆਂ ਪ੍ਰਵੇਸ਼ ਕਰ ਗਈਆਂ ਸੀ। ਔਰ ਉਹ ਦੋ ਸ਼ਕਤੀਆਂ ਦੀ ਤਾਕਤ ਦੇ ਨਾਲ ਇੱਕ ਵੱਡਾ ਸਾਰਾ ਕੁਹਾੜਾ ਚੱਕ ਲਿਆ ਸੀ, ਔਰ ਉਸ ਕੁਹਾੜੇ ਦੇ ਨਾਲ 21 ਵਾਰੀ ਛਤਰੀਆਂ ਦਾ ਵੱਧ ਕੀਤਾ ਸੀ। ਤੇ ਉਸ ਪਰਸਰਾਮ ਜੀ ਨੂੰ ਅਵੇਸ਼ਾ ਅਵਤਾਰ ਕਹਿੰਦੇ ਹਨ। ਤੇ ਸ੍ਰੀ ਰਾਮਚੰਦਰ ਜੀ ਦੇ ਨਾਲ ਜਾ ਕੇ ਕਿਹਾ ਸੀ, ਪਰਸਰਾਮ ਨੇ ਮੇਰੇ ਨਾਲ ਜੰਗ ਯੁੱਧ ਕਰੋ, ਕਿਉਂਕਿ ਸ੍ਰੀ ਰਾਮਚੰਦਰ ਜੀ ਨੇ ਸੀਤਾ ਦੇ ਸਵਯੰਬਰ ਸਮੇਂ ਸ਼ਿਵ ਜੀ ਦਾ ਧਨੁਸ਼ ਤੋੜਿਆ ਸੀ, ਅਤੇ ਪਰਸਰਾਮ ਜਿਹੜਾ ਸੀ ਇਹ ਸ਼ਿਵ ਜੀ ਦਾ ਉਪਾਸ਼ਕ ਸੀ। ਤੇ ਸ੍ਰੀ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਸੀ। ਤੇ ਸ੍ਰੀ ਰਾਮਚੰਦਰ ਜੀ ਨੂੰ ਕਹਿਣ ਲੱਗਿਆ ਕਿ ਤੁਸੀਂ ਮੇਰੇ ਗੁਰੂ ਦਾ ਧਨੁਸ਼ ਤੋੜਿਆ ਹੈ, ਤੇ ਮੇਰੇ ਨਾਲ ਹੁਣ ਤੁਸੀਂ ਜੰਗ ਯੁੱਧ ਕਰੋ, ਤੇ ਮੈਂ ਇਸ ਕੁਹਾੜੇ ਦੇ ਨਾਲ ਤੁਹਾਡੇ ਵਰਗੇ 21 ਵਾਰੀ ਛਤਰੀਆਂ ਦਾ ਵੱਧ ਕੀਤਾ ਹੈ। ਤੇ ਸਾਧ ਸੰਗਤ ਜੀ ਸ੍ਰੀ ਰਾਮਚੰਦਰ ਜੀ ਨੇ ਪਰਸਰਾਮ ਦੇ ਚਰਨਾਂ ਨੂੰ ਹੱਥ ਲਾ ਦਿੱਤਾ ਸੀ, ਔਰ ਉਸ ਦੀ ਸਾਰੀ ਸ਼ਕਤੀ ਖਿੱਚ ਲਈ ਸੀ। ਔਰ ਸ੍ਰੀ ਰਾਮਚੰਦਰ ਜੀ ਨੇ ਕਿਹਾ ਕਿ ਅਸੀਂ ਰਿਸ਼ੀਆਂ ਮੁਨੀਆਂ ਦੇ ਨਾਲ, ਬ੍ਰਾਹਮਣਾਂ ਦੇ ਨਾਲ ਅਸੀਂ ਜੰਗ ਨਹੀਂ ਕਰ ਸਕਦੇ ਹਾਂ। ਤੇ ਸਾਧ ਸੰਗਤ ਜੀ ਤੇ ਸ੍ਰੀ ਰਾਮਚੰਦਰ ਦੇ ਜਿਹੜਾ ਛੋਟਾ ਭਰਾ ਸੀ ਲਕਸ਼ਮਣ, ਉਸ ਨੇ ਪਰਸਰਾਮ ਨੂੰ ਪਕੜ ਲਿਆ ਸੀ। ਅਤੇ ਤੁਲਸੀ ਰਮਾਇਣ ਦੇ ਵਿੱਚ ਇਹ ਬਚਨ ਹਨ ਕਿ ਲਕਸ਼ਮਣ ਨੇ ਉਦੋਂ ਕਿਹਾ ਸੀ, ਕਹੂੰ ਬਾਂਧ ਡਾਰੂੰ, ਕਹੂੰ ਬਾਰਦ ਉਤਾਰੂੰ, ਕਹੂੰ ਦੇਸ਼ ਤੇ ਨਿਕਾਰੂੰ, ਕਹੂੰ ਜੂਰਾ ਕਾਟ ਲੀਜੀਏ। ਲਕਸ਼ਮਣ ਨੇ ਕਿਹਾ ਸੀ, ਸ੍ਰੀ ਰਾਮਚੰਦਰ ਜੀ ਇਸ ਪਰਸਰਾਮ ਨੇ ਤੁਹਾਡਾ ਤਿਰਸਕਾਰ ਕੀਤਾ ਹੈ, ਮੈਂ ਇਸ ਨੂੰ ਕੀ ਸਜ਼ਾ ਦੇਵਾਂ? ਮੈਂ ਇਹਨੂੰ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦੇਵਾਂ? ਕਹੂੰ ਬਾਂਧ ਡਾਰੂੰ, ਕਹੂੰ ਬਾਰਦ ਉਤਾਰੂੰ। ਸ੍ਰੀ ਰਾਮਚੰਦਰ ਜੀ ਤੁਹਾਡਾ ਨਿਰਾਦਰ ਕੀਤਾ ਹੈ, ਇਹਨੂੰ ਬਾਰਦ ਉਤਾਰੂੰ, ਇਸ ਦੀਆਂ ਲੱਤਾਂ ਬਾਹਾਂ ਮੈਂ ਵੱਢ ਦੇਵਾਂ? ਕਹੂੰ ਦੇਸ਼ ਤੇ ਨਿਕਾਰੂੰ, ਜਾਂ ਇਹਨੂੰ ਦੇਸ਼ ਨਿਕਾਲਾ ਦੇ ਦੇਵਾਂ? ਕਹੂੰ ਜੂਰਾ ਕਾਟ ਲੀਜੀਏ, ਜਾਂ ਇਹਦੇ ਸਿਰ ਤੇ ਜੂੜਾ ਹੈ, ਕੇਸ ਹੈ, ਇਹਦੇ ਸਿਰ ਦਾ ਜੂੜਾ ਕੱਟ ਦਈਏ। ਕਿਉਂਕਿ ਸਾਧ ਸੰਗਤ ਜੀ ਮੌਤ ਤੋਂ ਵੱਧ ਅਗਰ ਸਜ਼ਾ ਦਿੱਤੀ ਜਾਂਦੀ ਸੀ ਤਾਂ ਕੇਸ ਕਤਲ ਕਰ ਦਿੱਤੇ ਜਾਂਦੇ ਸੀ। ਤੇ ਜਿਹੜਾ ਪਰਸਰਾਮ ਸੀ ਉਹਨੇ ਹੱਥ ਜੋੜੇ ਸਾਧ ਸੰਗਤ ਜੀ, ਉਹਨੇ ਕਿਹਾ ਮੈਨੂੰ ਭਾਵੇਂ ਮੇਰੀਆਂ ਲੱਤਾਂ ਬਾਹਾਂ ਵੱਢ ਦੇਵੋ, ਭਾਵੇਂ ਮੈਨੂੰ ਸਮੁੰਦਰ ਦੇ ਵਿੱਚ ਸੁੱਟ ਦੇਵੋ, ਭਾਵੇਂ ਮੈਨੂੰ ਦੇਸ਼ ਨਿਕਾਲਾ ਦੇ ਦੇਵੋ, ਪਰ ਮੇਰੇ ਕੇਸ ਨਾ ਕਤਲ ਕਰਿਓ, ਮੇਰੇ ਸਿਰ ਦਾ ਜੂੜਾ ਨਾ ਕੱਟਿਓ। ਸ੍ਰੀ ਰਾਮਚੰਦਰ ਜੀ ਨੇ ਛੱਡ ਦਿੱਤਾ ਸੀ। ਤੋ ਸਾਧ ਸੰਗਤ ਜੀ ਕੇਸਾਂ ਦੀ ਕਿੱਡੀ ਅਹਿਮੀਅਤ ਹੈ। ਮਹਾਰਾਜ ਕਹਿੰਦੇ ਕੇਸ ਗੁਰੂ ਦੀ ਮੋਹਰ ਹਨ, ਤੇ ਕਿੱਡੀ ਵੱਡੀ ਮਹਾਰਾਜ ਸਾਹਿਬ ਜੀ ਦੀ ਦਾਤ ਹੈ, ਜਿਸ ਦਾਤ ਨੂੰ ਅਸੀਂ ਭੁਲਾਇਆ ਹੋਇਆ ਹੈ, ਤੇ ਵਾਹਿਗੁਰੂ ਜੀ ਦੇ ਹੁਕਮ ਦੀ ਅਦੂਲੀ ਕਰਦੇ ਆਂ, ਸਾਬਤ ਸੂਰਤ ਵੀ ਨਹੀਂ ਹੋ ਸਕੇ। ਕੀ ਗੁਰੂ ਸਾਹਿਬ ਜੀ ਦੀਆਂ ਸਾਡੇ ਤੇ ਖੁਸ਼ੀਆਂ ਹੋਣਗੀਆਂ? ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੈ, ਸਾਬਤ ਸੂਰਤ ਦਸਤਾਰ ਸਿਰਾ। ਜੇ ਤੁਸੀਂ ਸਾਬਤ ਸੂਰਤ ਹੋਵੋਗੇ, ਕਿੱਡੀ ਵੱਡੀ ਮਹਾਰਾਜ ਨੇ ਦਾਤ ਦਿੱਤੀ ਹੈ। ਜਿੱਥੇ ਕੇਸ ਆਉਂਦੇ ਹੈ ਤੇ ਇਸ ਦੇ ਨਾਲ ਕਿੰਨਾ ਸੁਹੱਪਣ ਬਣਦਾ ਹੈ। ਅੱਖਾਂ ਦੇ ਭਰਵੱਟੇ ਹਨ, ਅੱਖਾਂ ਦੀਆਂ ਪਲਕਾਂ ਹਨ। ਜੇ ਕੋਈ ਵਿਅਕਤੀ ਜਿਵੇਂ ਸਿਰ ਮੂੰਹ ਮਨਾ ਦਿੰਦੇ ਹਾਂ, ਅੱਖਾਂ ਦੇ ਭਰਵੱਟੇ ਮਨਾ ਦਈਏ, ਅੱਖਾਂ ਦੀਆਂ ਪਲਕਾਂ ਮਨਾ ਦਈਏ, ਤੇ ਸੰਸਾਰ ਸਾਧ ਸੰਗਤ ਜੀ ਇੱਕ ਭੂਤਖਾਨਾ ਜਾਪੇਗਾ। ਤੇ ਜਦੋਂ ਤੱਕ ਅਸੀਂ ਜਿਸ ਤਰ੍ਹਾਂ ਵਾਹਿਗੁਰੂ ਨੇ ਸਾਨੂੰ ਬਣਾਇਆ ਹੈ ਉਸ ਤਰ੍ਹਾਂ ਦਾ ਸਰੂਪ ਨਹੀਂ ਨਾ ਧਾਰਨ ਕਰਦੇ, ਉਦੋਂ ਤੱਕ ਸਾਧ ਸੰਗਤ ਜੀ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਹੀਂ ਹੋ ਸਕਦੇ। ਉਦੋਂ ਤੱਕ ਸਾਨੂੰ ਸ਼ਾਂਤੀ ਨਹੀਂ ਆ ਸਕਦੀ, ਸਾਡਾ ਮਨ ਟਿਕਾ ਦੇ ਵਿੱਚ ਨਹੀਂ ਆ ਸਕਦਾ ਹੈ। ਤੇ ਸਾਧ ਸੰਗਤ ਜੀ ਜਿੰਨੇ ਰਿਸ਼ੀ ਮੁਨੀ ਹੋਏ, ਪੀਰ ਪੈਗੰਬਰ ਹੋਏ, ਸਾਰੇ ਕੇਸਾ ਧਾਰੀ ਸੀ। ਸ੍ਰੀ ਰਾਮਚੰਦਰ ਜੀ ਦੇ ਬੜੇ ਲੰਬੇ ਕੇਸ ਸੀ, ਸ੍ਰੀ ਕ੍ਰਿਸ਼ਨ ਜੀ ਦੇ ਏਡੇ ਲੰਬੇ ਕੇਸ ਸੀ। ਉਹਨਾਂ ਦੇ ਭਜਨ ਬਣੇ ਹੋਏ ਐ, ਬੰਸੀ ਵਾਲੇ ਆਓ ਹਮਾਰੇ ਦੇਸ਼, ਤੇਰੀ ਸੁੰਦਰ ਸੂਰਤ ਲਾਂਬੇ ਕੇਸ। ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੀ ਕੇਸਵ ਸੀ, ਤੇ ਸ਼ਿਵ ਜੀ ਦੇ ਏਡੇ ਲੰਬੇ ਕੇਸ ਸੀ ਕਿ ਵਿੱਚ ਗੰਗਾ ਸਮਾ ਗਈ। ਤੇ ਸਾਧ ਸੰਗਤ ਜੀ ਜਦੋਂ ਰਮਾਇਣ ਤੇ ਮਹਾਭਾਰਤ ਦੀਆਂ ਜਿਹੜੀਆਂ ਲੋਕ
ਕੋਈ ਰਿਸ਼ੀ ਮੁਨੀ ਬਣਦੇ ਆ ਨਕਲੀ, ਤੇ ਨਕਲੀ ਕੇਸ ਤੇ ਨਕਲੀ ਦਾੜੇ ਲਾਉਂਦੇ ਆ, ਕਿਉਂਕਿ ਜਿੰਨੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਰਹਿਬਰ ਅਵਤਾਰ ਹੋਏ ਸਾਰੇ ਹੀ ਸਾਧ ਸੰਗਤ ਜੀ ਕੇਸਾਧਾਰੀ ਸੀ। ਇਸ ਕਰਕੇ ਸਾਡੇ ਗੁਰਪੁਰਬ ਮਨਾਉਣੇ ਹੋਏ ਤਾਂ ਹੀ ਸਫਲੇ ਆ ਜੇ ਅਸੀਂ ਸਾਬਤ ਸੂਰਤ ਹੋਈਏ। ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਮਰਦਾਨੇ ਕੇਸ ਨਹੀਂ ਕਤਲ ਕਰਾਉਣੇ। ਇਹ ਸਾਧ ਸੰਗਤ ਜੀ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਗੁਰੂ ਤੋਂ ਬੇਮੁਖ ਹੋ ਕੇ ਜਿਉਵਾਂਗੇ ਜ਼ਰੂਰ, ਪਰ ਸਾਧ ਸੰਗਤ ਜੀ ਮਰਨਾ ਤਾਂ ਹੈ। ਅਗਰ ਮਰਨਾ ਨਹੀਂ ਤੇ ਫਿਰ ਤਾਂ ਸਾਧ ਸੰਗਤ ਜੀ ਪੱਕਾ ਸੰਸਾਰ ਵਿੱਚ ਰਹਿਣਾ ਹੈ, ਤੇ ਫਿਰ ਆਪਣੀ ਮਰਜ਼ੀ ਨਾਲ ਰਹੀ ਜਾਈਏ। ਜੇ ਸਾਡੇ ਉੱਤੇ ਬਾਲਕ ਅਵਸਥਾ ਆਉਣੀ ਹੈ, ਜਵਾਨੀ ਆਉਣੀ ਹੈ, ਬੁਢੇਪਾ ਆਉਣਾ ਹੈ ਤੇ ਮੌਤ ਨੇ ਆਉਣਾ ਹੈ, ਫਿਰ ਸਾਧ ਸੰਗਤ ਜੀ ਆਪਣਾ ਜਿਹੜਾ ਜੀਵਨ ਹੈ ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੇ ਭਾਣੇ ਦੇ ਵਿੱਚ, ਜੋ ਗੁਰੂ ਨੇ ਸਾਨੂੰ ਮਰਿਆਦਾਵਾਂ ਦੱਸੀਆਂ ਉਹਨਾਂ ਮਰਿਆਦਾਵਾਂ ਦੇ ਉੱਤੇ ਚੱਲ ਕੇ ਬਤੀਤ ਕਰਨਾ ਚਾਹੀਦਾ ਹੈ। ਤੋ ਵਿਚਾਰ ਇਹ ਚੱਲ ਰਹੀ ਸੀ, ਜਿਹੜੇ ਪਰਸਰਾਮ ਜੀ ਸੀ ਸਾਧ ਸੰਗਤ ਜੀ, ਇਹ ਅਵੇਸ਼ਾ ਅਵਤਾਰ ਸੀ, ਤੇ ਅੰਸਾ ਅਵਤਾਰ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ, ਧਰਮੀ ਰਾਜੇ ਹੁੰਦੇ ਆ, ਉਹਨਾਂ ਨੂੰ ਅੰਸਾ ਅਵਤਾਰ ਕਿਹਾ ਹੈ। ਜਿਵੇਂ ਦਲੀਪ ਰਾਜਾ ਜੀ, ਮਾਨ ਦਹੰਤਾ, ਜੀਨ ਚੱਕਰਵੈ ਕਹਾਇਓ, ਮਹਾਰਾਜਾ ਰਣਜੀਤ ਸਿੰਘ ਜੀ, ਇਹ ਸਾਰੇ ਅੰਸਾ ਅਵਤਾਰ ਦੇ ਵਿੱਚ ਆਉਂਦੇ ਆ, ਕਿਉਂਕਿ ਇਹ ਰਾਜੇ ਯੋਗੀ ਹੁੰਦੇ ਆ। ਅਸੀਂ ਰਾਜ ਤਾਂ ਮੰਗਦੇ ਆ, ਪਰ ਗੁਰੂ ਤੋਂ ਯੋਗ ਨਹੀਂ ਮੰਗਦੇ। ਅਸੀਂ ਕਹਿੰਦੇ ਆ ਸਾਨੂੰ ਰਾਜ ਮਿਲ ਜਾਵੇ, ਲੇਕਿਨ ਤਪੋ ਰਾਜ ਰਾਜੋ ਨਰਕ ਹੈ। ਤਾਂ ਹੀ ਮਹਾਰਾਜ ਨੇ ਕਿਹਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਨਹੀਂ ਚਾਹੀਦਾ ਮਹਾਰਾਜ, ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਸਾਨੂੰ ਤੁਹਾਡੇ ਨਾਮ ਦੇ ਨਾਲ, ਤੁਹਾਡੀ ਬਾਣੀ ਦੇ ਨਾਲ ਸਾਡਾ ਪ੍ਰੇਮ ਅੰਦਰੋਂ ਪੈਦਾ ਹੋ ਜਾਵੇ। ਜਿਹੜੇ ਧਰਮੀ ਰਾਜੇ ਹਨ ਸਾਧ ਸੰਗਤ ਜੀ, ਉਹ ਅਵੇਸ਼ਾ ਅਵਤਾਰ, ਅੰਸਾ ਅਵਤਾਰ ਹਨ। ਤੇ ਇੱਕ ਕਲਾ ਹੁੰਦੇ ਹੈ, ਜਿਵੇਂ ਮੱਛ ਅਵਤਾਰ ਹੈ, ਕੱਛ ਅਵਤਾਰ ਹੈ। ਸਾਧ ਸੰਗਤ ਜੀ ਜਿਨ੍ਹਾਂ ਦੇ ਸੰਬੰਧ ਵਿੱਚ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਨੇ, ਸਾਰੀ ਕਥਾ ਲਿਖੀ ਹੈ 24 ਅਵਤਾਰਾਂ ਦੀ। ਤੇ ਇੱਕ ਹਨ ਪੂਰਨ ਅਵਤਾਰ, ਜਿਨ੍ਹਾਂ ਦੇ ਵਿੱਚ 14 ਸ਼ਕਤੀਆਂ ਹੋਣ ਜਾਂ 16 ਸ਼ਕਤੀਆਂ ਹੋਣ, ਉਹ ਪੂਰਨ ਅਵਤਾਰ ਉਹਨਾਂ ਨੂੰ ਕਿਹਾ ਜਾਂਦਾ ਹੈ। ਸ੍ਰੀ ਰਾਮਚੰਦਰ ਜੀ ਦੇ ਵਿੱਚ 14 ਸੀ ਤੇ ਸ੍ਰੀ ਕ੍ਰਿਸ਼ਨ ਜੀ ਦੇ ਵਿੱਚ 16 ਸੀ। 2 ਸ਼ਕਤੀਆਂ ਪਰਸ਼ੁਰਾਮ ਦੀਆਂ ਖਿੱਚ ਕੇ ਸ੍ਰੀ ਰਾਮਚੰਦਰ ਜੀ ਦੇ ਵਿੱਚ ਵੀ 16 ਹੋ ਗਈਆਂ ਸੀ। ਇਹ 6 ਕਿਸਮਾਂ ਹਨ ਅਵਤਾਰਾਂ ਦੀਆਂ। ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਹੋਰਾਂ ਅਵਤਾਰਾਂ ਨਾਲੋਂ ਵਿਲੱਖਣ ਹਨ। ਅਤੇ ਮਹਾਪੁਰਸ਼ ਦੱਸਦੇ ਆ ਕਿ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਬਾਣੀ ਦੇ ਵਿੱਚ ਬਚਨ ਹਨ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। 16 ਸ਼ਕਤੀਆਂ ਨਹੀਂ, ਜਦੋਂ ਗੁਰੂ ਸਾਹਿਬ ਜੀ ਆਏ ਅਨੰਤ ਕਲਾ ਹੋਏ ਠਾਕੁਰ ਚੜਿਆ। ਬੇਅੰਤ ਸ਼ਕਤੀਆਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਜਿਸ ਸਮੇਂ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ, ਉਸ ਸਮੇਂ ਧਾਰਮਿਕ ਲੋਕ ਕਿਹੋ ਜਿਹੇ ਸੀ, ਰਾਜਨੀਤਿਕ ਲੋਕ ਕਿਹੋ ਜਿਹੇ ਸਨ, ਤੇ ਸੰਸਾਰਕ ਲੋਕ ਕਿਹੋ ਜਿਹੇ ਸਨ, ਇਹ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹੀ ਦੱਸਿਆ ਹੈ ਕਿ ਜਿਹੜੇ ਰਾਜੇ ਸੀ ਨਾ ਸਾਧ ਸੰਗਤ ਜੀ, ਉਹ ਕਸਾਈ ਬਣ ਚੁੱਕੇ ਸੀ, ਜ਼ੁਲਮੀ ਹੋ ਚੁੱਕੇ ਸੀ ਤੇ ਪਾਪੀ ਹੋ ਗਏ ਸੀ। ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤਾ, ਐਵੇਂ ਨਹੀਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ। ਪਹਿਲਾਂ ਲੋਕਾਂ ਨੇ ਪੁਕਾਰਾਂ ਕੀਤੀਆਂ, ਅਰਦਾਸਾਂ ਬੇਨਤੀਆਂ ਕੀਤੀਆਂ, ਸਾਰੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਹਾਹਾਕਾਰ ਮਚੀ ਹੋਈ ਸੀ। ਤੇ ਰਾਜੇ ਕਿਹੋ ਜਿਹੇ ਸਨ, ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਤੇ ਰਾਜੇ ਕਸਾਈ ਬਣ ਚੁੱਕੇ ਸੀ, ਜ਼ੁਲਮ ਕਰਦੇ ਸੀ, ਧਰਮ ਪੰਖ ਕਰ ਉਡਰਿਆ, ਤੇ ਧਰਮ ਤੇ ਸਾਧ ਸੰਗਤ ਜੀ ਖੰਭ ਲਾ ਕੇ ਉੱਡ ਗਿਆ ਸੀ। ਤੇ ਕੂੜ ਅਮਾਵਸ, ਕੂੜ ਦੀ ਕਾਲੀ ਬੋਲੀ ਰਾਤ ਸੀ, ਸੱਚ ਚੰਦਰਮਾ, ਸੱਚ ਰੂਪੀ ਚੰਦਰਮਾ ਸਾਧ ਸੰਗਤ ਜੀ ਦਿਸੈ ਨਾਹੀ ਕਹਿ ਚੜਿਆ। ਤੇ ਸੱਚ ਤਾਂ ਕਿਤੇ ਦਿਸ ਹੀ ਨਹੀਂ ਰਿਹਾ ਸੀ,
ਤੇ ਰਾਜੇ ਕਿਹੋ ਜਿਹੇ ਹੋ ਚੁੱਕੇ ਸੀ। ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਰਾਜੇ ਸੀਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਓ, ਰਾਤ ਪਿੱਤ ਕੁੱਤੇ ਹੋ ਚੱਟ ਜਾਹੋ। ਰਾਜੇ ਕੀ ਹੋ ਚੁੱਕੇ ਸੀ ਸਾਧ ਸੰਗਤ ਜੀ? ਰਾਜੇ ਸੀਹ, ਸ਼ੇਰਾਂ ਵਰਗੇ ਹੋ ਗਏ ਸੀ। ਜਿਵੇਂ ਸ਼ੇਰ ਹਰੇਕ ਦੇ ਉੱਤੇ ਝਪਟ ਮਾਰਦਾ ਤੇ ਮਾਰ ਦਿੰਦਾ, ਤੇ ਸਾਧ ਸੰਗਤ ਜੀ ਰਾਜੇ ਵੀ ਪਾਪੀ ਹੋ ਗਏ ਸੀ, ਜ਼ੁਲਮੀ ਹੋ ਗਏ ਸੀ ਤੇ ਖੂਨ ਪੀਣ ਦੇ ਆਦੀ ਹੋ ਚੁੱਕੇ ਸੀ। ਰਾਜੇ ਸੀ ਮੁਕੱਦਮ ਕੁੱਤੇ, ਤੇ ਜਿਹੜੇ ਮੁਕੱਦਮ ਸਾਧ ਸੰਗਤ ਜੀ ਅੱਗੇ ਰਾਜਿਆਂ ਦੇ ਜਿਹੜੇ ਵਜ਼ੀਰ ਸਨ, ਐਲਕਾਰ ਸਨ, ਉਹ ਕੁੱਤੇ ਬਣ ਚੁੱਕੇ ਸੀ। ਇਹ ਰਾਜਨੀਤਿਕ ਦਸ਼ਾ ਸੀ, ਰਾਜੇ ਯੋਗੀ ਨਹੀਂ ਸੀ। ਤੇ ਸਾਧ ਸੰਗਤ ਜੀ ਰਾਜੇ ਸੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਕੋਈ ਘਰ ਵਿੱਚ ਕੋਈ ਬੈਠਾ ਹੁੰਦਾ, ਸੁੱਤਾ ਹੁੰਦਾ, ਉਹਦੇ ਘਰ ਵਿੱਚ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ। ਚਾਕਰ ਨਹਿਦਾ ਪਾਇਨ ਘਾਓ, ਜਿਹੜੇ ਅੱਗੇ ਮੁਲਾਜ਼ਮ ਸੀ, ਚਾਕਰ ਸੀ, ਉਹ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨਹਿਦਾ, ਨਹਿਦਾ ਦਾ ਅਰਥ ਹੁੰਦਾ ਨੌਂਦਰਾਂ ਬਣੇ ਹੋਏ ਸੀ, ਤੇ ਉਹ ਨੌਂਦਰਾਂ ਮਾਰ ਮਾਰ ਕੇ ਪਾਇਨ ਘਾਓ, ਲੋਕਾਂ ਨੂੰ ਜ਼ਖਮੀ ਕਰ ਰਹੇ ਸੀ, ਤੰਗ ਪਰੇਸ਼ਾਨ ਕਰ ਰਹੇ ਸੀ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਕਿ ਰਤ ਪਿੱਤ ਕੁੱਤੇ ਹੋ ਚੱਟ ਜਾਹੋ। ਤੇ ਕੁਝ ਮਾਸ ਜਿਹੜਾ ਉਤਲਾ ਮਾਸ ਹੈ ਉਹ ਰਾਜੇ ਖਾ ਜਾਂਦੇ, ਤੇ ਇਸ ਤਰ੍ਹਾਂ ਖੂਨ ਤੇ ਬਾਕੀ ਬਚਿਆ ਮਾਸ ਇਹ ਸਾਧ ਸੰਗਤ ਜੀ ਜਿਹੜੇ ਹੋਰ ਐਲਕਾਰ ਤੇ ਮੁਲਾਜ਼ਮ ਜਿਹੜੇ ਸੀ ਉਹ ਖਾ ਜਾਂਦੇ। ਯਾਨੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਜ਼ੁਲਮ ਕਰਦੇ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕਹੇ ਹੈ ਕਿ ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਜਦੋਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ ਉਦੋਂ ਰਾਜੇ ਪਾਪ ਕਮਾ ਰਹੇ ਸੀ। ਤੇ ਸਾਧ ਸੰਗਤ ਜੀ ਜਿਸ ਵਾੜ ਨੇ ਖੇਤ ਦੀ ਰਾਖੀ ਕਰਨੀ ਹੈ, ਤੇ ਰਾਜੇ ਤੇ ਵਾੜ ਹੁੰਦੇ ਹੈ, ਲੇਕਿਨ ਉਹ ਪਰਜਾ ਰੂਪੀ ਖੇਤੀ ਨੂੰ ਵੱਢ ਵੱਢ ਕੇ ਖਾ ਰਹੇ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਰਾਜਨੀਤਿਕ ਲੋਕ ਸੀ, ਭਜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਅਤੇ ਸਾਧ ਸੰਗਤ ਜੀ ਜੇ ਤਵਾਰੀਖਾਂ ਦੇ ਵਿੱਚ ਇਤਿਹਾਸ ਨੂੰ ਪੜ੍ਹੀਏ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਆ, ਰੌਂਗਟੇ ਖੜੇ ਹੋ ਜਾਂਦੇ ਆ ਵੀ ਏਡਾ ਅਤਿਆਚਾਰ ਹੋ ਰਿਹਾ ਸੀ, ਏਡੇ ਪਾਪ ਹੋ ਰਹੇ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਧਾਰਮਿਕ ਲੋਕ ਸੀ, ਜਿਨ੍ਹਾਂ ਨੂੰ ਦੇਖ ਕੇ ਚਾਅ ਪੈਦਾ ਹੁੰਦਾ ਹੈ, ਉਹਨਾਂ ਕੋਲ ਕਥਨੀ ਤਾਂ ਹੈ ਸੀ ਪਰ ਕਰਨੀ ਨਹੀਂ ਸੀ। ਬਾਹਰੋਂ ਵਧੀਆ ਲੱਗਦੇ ਸੀ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰੋਂ ਚਾਨਣ ਸੀ ਪਰ ਅੰਦਰ ਹਨੇਰਾ ਹੀ ਹਨੇਰਾ ਸੀ। ਤੇ ਤਿੰਨ ਧਰਮ ਉਸ ਸਮੇਂ ਸਾਧ ਸੰਗਤ ਜੀ ਮੇਨ ਸੀ, ਇਸਲਾਮ ਧਰਮ, ਸਨਾਤਨ ਮਤ ਤੇ ਜੋਗੀਆਂ ਦਾ ਮਤ। ਜਦੋਂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸ ਤੋਂ ਪਹਿਲਾਂ ਇਹ ਤਿੰਨ ਧਰਮ ਜਿਹੜੇ ਸੀ ਜ਼ਿਆਦਾ ਚੱਲ ਰਹੇ ਸੀ। ਤੇ ਜਿਹੜੇ ਇਸਲਾਮ ਧਰਮ ਸੀ ਉਸ ਦੇ ਦਾ ਜਿਹੜਾ ਫੈਸਲਾ ਕਰਦੇ ਸੀ, ਜਿਵੇਂ ਅੱਜ ਜੱਜ ਹੁੰਦੇ ਆ, ਇਸ ਤਰ੍ਹਾਂ ਉਸ ਸਮੇਂ ਫੈਸਲਾ ਕਾਜ਼ੀ ਕਰਦੇ ਸੀ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਕਾਦੀ ਕੂੜ ਬੋਲ ਮਲ ਖਾਏ। ਤੇ ਕਾਜ਼ੀ ਜਿਹੜੇ ਸੀ ਉਹ ਕੋਈ ਧਰਮੀ ਨਹੀਂ ਸੀ, ਉਹ ਕੋਈ ਕੁਰਾਨ ਸ਼ਰੀਫ ਜੀ ਦੇ ਅਨੁਸਾਰ ਨਹੀਂ ਚੱਲਦੇ ਸੀ। ਉਹ ਕੂੜ ਬੋਲ, ਝੂਠ ਬੋਲਦੇ ਸੀ ਤੇ ਮਲ ਖਾਏ, ਮੈਲ ਖਾਂਦੇ ਸੀ, ਰਿਸ਼ਵਤ ਲੈਂਦੇ ਸੀ ਤੇ ਉਸ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੰਦੇ ਸੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਕਿਹਾ ਕਿ ਕਾਜੀ ਕੈਸੇ ਸੀ? ਕਾਜੀ ਹੋਏ ਰਿਸ਼ਵਤੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਚਨ ਉਚਾਰਨ ਕੀਤੇ ਨੇ, ਕਾਜ਼ੀ ਜਿਹੜੇ ਸੀ ਰਿਸ਼ਵਤੀ ਹੋ ਗਏ ਸੀ, ਵੱਡੀ ਲੈ ਕੇ ਹੱਕ ਗਵਾਏ, ਵੱਡੀਆਂ ਲੈਂਦੇ ਸੀ ਤੇ ਸੱਚ ਗੱਲ ਨਹੀਂ ਕਰਦੇ ਸੀ। ਇਤਿਹਾਸ ਵਿੱਚ ਇਹ ਵੀ ਬਚਨ ਹਨ ਕਿ ਝੂਠੇ ਕੋ ਸਾਚਾ ਕਰ ਦੇਈ, ਸੱਚ ਨਿਆਓ ਕੋ ਨਾਉ ਨਾ ਲਈ। ਝੂਠੇ ਨੂੰ ਸੱਚਾ ਕਰ ਦਿੰਦੇ ਸੀ ਤੇ ਸੱਚੇ ਨੂੰ ਝੂਠਾ ਕਰ ਦਿੰਦੇ ਸੀ। ਤੇ ਇਨਸਾਫ ਵਾਲੀ ਤਾਂ ਸਾਧ ਸੰਗਤ ਜੀ ਗੱਲ ਹੀ ਨਹੀਂ ਸੀ। ਜਦ ਕਿ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੈ ਕਿ ਮਾਲਿਕੀ ਯੌਮਿੱਦੀਨ, ਕਿ ਉਹ ਜਿਹੜੇ ਵਾਹਿਗੁਰੂ ਹਨ, ਅੱਲਾ ਹਨ, ਉਹ ਨਿਆਂ ਦੇ ਦਿਨ ਦੇ ਮਾਲਕ ਹਨ।
ਉਹ ਇਨਸਾਫ ਕਰਦੇ ਹੈ। ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ ਹੈ, ਤੇਰੇ ਘਰ ਸਦਾ ਸਦਾ ਹੈ ਨਿਆਓ। ਕੋਈ ਬੰਦਾ ਕਿੰਨਾ ਕਹਿ ਦੇਵੇ ਕਿ ਮੈਂ ਜ਼ੁਲਮ ਕੀਤਾ, ਮੈਂ ਬਚ ਜਾਵਾਂਗਾ, ਤਾਂ ਮਹਾਰਾਜ ਸਾਹਿਬ ਜੀ ਬਾਣੀ ਚ ਫਰਮਾਉਂਦੇ ਹੈ, ਮਾਨਸਾ ਕਿਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੇ, ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਦੁਨੀਆ ਦੀਆਂ ਕਚਹਿਰੀਆਂ ਚੋਂ ਤਾਂ ਭੱਜ ਕੇ ਨਿਕਲ ਜਾਓਗੇ, ਰੱਬ ਦੀ ਕਚਹਿਰੀ ਚੋਂ ਭੱਜ ਕੇ ਕਿੱਥੇ ਬਚੋਗੇ, ਉੱਥੇ ਤਾਂ ਨਿਆਂ ਹੋਣਾ ਹੀ ਹੋਣਾ। ਤੇ ਸਾਧ ਸੰਗਤ ਜੀ, ਇਸ ਤਰ੍ਹਾਂ ਜਿਹੜੇ ਕਾਜ਼ੀ ਸੀ ਨਾ, ਧਾਰਮਿਕ ਲੋਕ ਸੀ, ਇਹਨਾਂ ਦਾ ਜੀਵਨ ਨਹੀਂ ਸੀ। ਤੇ ਦੂਸਰੇ ਸੀ ਬ੍ਰਾਹਮਣ। ਬ੍ਰਾਹਮਣ ਨਹਾਵੇ ਜੀਆ ਘਾਏ। ਤੇ ਜਿਹੜੇ ਬ੍ਰਾਹਮਣ ਸੀ ਉਹ ਤਾਂ ਪਹਿਲਾਂ ਜੀਵ ਹੱਤਿਆ ਕਰਦੇ ਸੀ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ ਕਿ ਅੱਖੀ ਤਾਂ ਮੀਟ ਹੈ, ਨਾਕ ਪਕੜਾ ਠੱਗਣ ਕੋ ਸੰਸਾਰ। ਠੱਗੀ ਮਾਰਦੇ ਸੀ ਤੇ ਫਿਰ ਜਾ ਕੇ ਗੰਗਾ 'ਚ ਇਸ਼ਨਾਨ ਕਰ ਲੈਂਦੇ ਸੀ। ਬਾਹਰੋਂ ਵਿਖਾਵਾ ਕੁਝ ਹੋਰ ਸੀ, ਅੰਦਰੋਂ ਕੁਝ ਹੋਰ ਸੀ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਦਸਮ ਪਾਤਸ਼ਾਹ ਜੀ ਦਾ ਬਚਨ ਹੈ ਜ਼ਫਰਨਾਮੇ ਦੇ ਵਿੱਚ ਕਿ ਹਮੂ ਮਰਦ ਬਾਇਦ ਸ਼ਵਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰਦਹਾਨੇ ਦਿਗਰ। ਮਰਦ ਬੰਦਾ ਉਹ ਹੈ ਜਿਹਦੇ ਅੰਦਰ ਕੁਝ ਹੋਰ ਨਾ ਹੋਵੇ ਤੇ ਬਾਹਰੋਂ ਕੁਝ ਹੋਰ ਨਾ ਹੋਵੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਅਸਲ ਮਰਦ ਅਸਲ ਇਨਸਾਨ ਉਹ ਵਿਅਕਤੀ ਹੈ। ਪਰ ਇਹ ਜਿਹੜੇ ਧਾਰਮਿਕ ਲੋਕ ਸੀ ਸਾਧ ਸੰਗਤ ਜੀ, ਇਹ ਬਾਹਰੋਂ ਵਿਖਾਵਾ ਰਹਿ ਗਿਆ ਸੀ, ਅੰਦਰ ਕੁਝ ਨਹੀਂ ਸੀ। ਤੇ ਮਹਾਰਾਜ ਨੇ ਤੀਸਰਾ ਬਚਨ ਕੀਤਾ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਜਿਹੜੇ ਜੋਗੀ ਸੀ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਢੰਗ ਤਰੀਕਾ ਹੀ ਨਹੀਂ ਪਤਾ ਸੀ। ਤੇ ਸਾਧ ਸੰਗਤ ਜੀ, ਤੀਨੇ ਉਜਾੜੇ ਕਾ ਬੰਦ। ਦੁਨੀਆ ਨੇ ਤਾਂ ਧਾਰਮਿਕ ਆਗੂਆਂ ਵੱਲ ਵੇਖਣਾ ਹੈ। ਜੇ ਜਿਸ ਇਲਾਕੇ ਦੇ ਵਿੱਚ ਇੱਕ ਵੀ ਸੰਤ ਹੋਵੇ, ਇੱਕ ਵੀ ਗੁਰਮੁਖ ਹੋਵੇ, ਜਪਨ ਵਾਲੀਆਂ ਰੂਹਾਂ ਹੋਣ, ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ। ਇੱਕ ਦੇਹੀ ਦੀ ਗੱਲ ਤਾਂ ਕੀ ਹੈ, ਸੰਤ ਇੱਕ ਇਲਾਕੇ ਵਿੱਚ, ਇੱਕ ਨਗਰ ਵਿੱਚ ਵੀ ਰਹਿੰਦਾ ਹੈ ਸਾਧ ਸੰਗਤ ਜੀ, ਪਵਿੱਤਰ ਹੋਏ ਗੋ ਗ੍ਰਾਮ, ਉਹ ਸਾਰਾ ਪਿੰਡ, ਉਹ ਸਾਧ ਸੰਗਤ ਜੀ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਇੱਕ ਦੂਜੇ ਨੂੰ ਦੇਖ ਕੇ, ਚੰਗੀ ਸੰਗਤ ਨੂੰ ਦੇਖ ਕੇ ਚਾਅ ਪੈਦਾ ਹੁੰਦਾ ਹੈ, ਬੰਦਗੀ ਦਾ ਚਾਅ ਪੈਦਾ ਹੁੰਦਾ ਹੈ। ਤੇ ਜਦੋਂ ਤੱਕ ਅਸੀਂ ਬੰਦਗੀ ਨਹੀਂ ਕਰਦੇ ਸਾਧ ਸੰਗਤ ਜੀ, ਸਰੀਰ ਵਿੱਚ ਗੰਦਗੀ ਹੀ ਹੈ। ਇੱਕ ਅਸੀਂ ਖਾਣ ਲੱਗਿਆਂ ਸੋਚ ਲਈਏ ਕਿੰਨੇ ਪਦਾਰਥ ਖਾਂਦੇ ਹਾਂ, ਇੱਕ ਸਵੇਰੇ ਕਿਰਿਆ ਕਰਨ ਲੱਗੀਏ ਸੋਚ ਲਈਏ ਵੀ ਉਹ ਜਿਹੜੇ ਪਦਾਰਥ ਖਾਂਦੇ ਆ ਉਹਦਾ ਬਣਦਾ ਕੀ ਹੈ, ਵਿਸ਼ਟਾ ਬਣਦੀ ਹੈ। ਹੋਰ ਸਰੀਰ ਵਿੱਚ ਸਾਧ ਸੰਗਤ ਜੀ ਹੈ ਵੀ ਕੀ, ਇਹਦੇ ਵਿੱਚ ਇੱਕ ਹੀ ਹੈ, ਅਗਰ ਮਨੁੱਖ ਜਨਮ ਦੇ ਵਿੱਚ ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਤੇ ਸਾਧ ਸੰਗਤ ਜੀ, ਇਸ ਤਰ੍ਹਾਂ ਜਿਹੜੇ ਧਾਰਮਿਕ ਆਗੂ ਸੀ ਨਾ, ਉਹਨਾਂ ਦਾ ਜੀਵਨ ਅੱਛਾ ਨਹੀਂ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਰਾਮ ਰਹੀਮ ਕਹਾਏ ਦੇ, ਇੱਕ ਰਾਹ ਦੋ ਰਾਹ ਭੁਲਾਣੇ। ਇੱਕ ਕਹਿੰਦਾ ਰਾਮ ਵੱਡਾ ਹੈ ਤੇ ਮੁਸਲਮਾਨ ਕਹਿੰਦੇ ਰਹੀਮ ਵੱਡਾ ਹੈ। ਲੜਦੇ ਸੀ, ਵਾਕ ਯੁੱਧ ਕਰਦੇ ਸੀ, ਚਰਚਾ ਕਰਦੇ ਸੀ, ਇੱਕ ਦੂਜੇ ਨੂੰ ਹੇਠਾਂ ਸੁੱਟਦੇ ਸੀ, ਕਹਿੰਦੇ ਰਾਮ ਵੱਡਾ ਹੈ, ਮੁਸਲਮਾਨ ਕਹਿੰਦੇ ਰਹੀਮ ਵੱਡਾ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਆ, ਰਾਮ ਰਹੀਮ ਕਹਾਏ ਦੇ, ਇੱਕ ਨਾਮ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ, ਇੱਕ ਵਾਹਿਗੁਰੂ ਜੀ ਦਾ ਹੀ ਨਾਮ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੀ। ਦਸਮ ਪਾਤਸ਼ਾਹ ਜੀ ਨੇ ਦਸਮ ਗੁਰਬਾਣੀ ਚ ਕਿਹਾ ਹੈ, ਦਿਹਰਾ ਮਸੀਤ ਸੋਈ, ਪੂਜਾ ਉਹ ਨਿਵਾਜ ਹੋਈ। ਦਿਹਰੇ ਵਿੱਚ ਵੀ, ਮੰਦਰ ਵਿੱਚ ਵੀ ਉਹੀ ਹੈ ਤੇ ਮਸੀਤ ਦੇ ਵਿੱਚ ਵੀ ਉਹੀ ਹੈ। ਪਰ ਉਸ ਸਮੇਂ ਕਿਹੋ ਜਿਹੇ ਹੋ ਗਏ ਸੀ ਧਾਰਮਿਕ ਆਗੂ, ਰਾਮ ਰਹੀਮ ਕਹਾਏ ਦੇ, ਇੱਕ ਰਾਹ ਦੋ ਰਾਹ ਭੁਲਾਣੇ, ਦੋ ਰਸਤੇ ਬਣਾ ਲਏ, ਮੇਰਾ ਵੱਖਰਾ ਹੈ ਤੇਰਾ ਵੱਖਰਾ ਹੈ। ਦੂਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਕਿ ਵੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸੈਤਾਣੀ।
ਵੇਦਾਂ ਮਹਿ ਨਾਮ ਉਤਮ, ਵੇਦਾਂ ਵਿੱਚ ਵੀ ਤਾਂ ਸਾਧ ਸੰਗਤ ਜੀ ਨਾਮ ਦੀ ਮਹਿਮਾ ਲਿਖੀ ਹੈ, ਤੇ ਕਿਤਾਬਾਂ ਦੇ ਵਿੱਚ ਵੀ ਨਾਮ ਦੀ ਮਹਿਮਾ ਲਿਖੀ ਹੈ। ਨਾਮ ਵਾਲੇ ਪਾਸੇ ਨਹੀਂ ਲੱਗਦੇ ਸੀ, ਔਰ ਇਸ ਤਰ੍ਹਾਂ ਕਹਿੰਦੇ ਸੀ ਮੈਂ ਵੱਡਾ ਹਾਂ, ਸਾਡਾ ਧਰਮ ਵੱਡਾ ਹੈ, ਤੇਰਾ ਛੋਟਾ ਹੈ। ਭਗਵਤ ਗੀਤਾ ਦੇ ਵਿੱਚ ਵੀ ਸਾਧ ਸੰਗਤ ਜੀ ਇੱਕ ਨੂੰ ਜਪਣ ਦਾ ਉਪਦੇਸ਼ ਹੈ, ਤੇ ਕੁਰਾਨ ਵਿੱਚ ਵੀ ਇੱਕ ਨੂੰ ਜਪਣ ਦਾ ਉਪਦੇਸ਼ ਹੈ। ਭਗਵਤ ਗੀਤਾ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹੈ, ਸ਼ਨਈ ਸ਼ਨਈ ਰੂਪਰਮੇਦ ਬੁੱਧਿਆ ਧ੍ਰਿਤੀ ਗ੍ਰਹਿਤਿਆ ਆਤਮ ਸੰਸਤਮ ਮਨః ਕ੍ਰਿਤਵਾ ਨਾ ਕਿੰਚਦਪੀ ਚਿੰਤਯੇਤ। ਇਸ ਸ਼ਲੋਕ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ, ਆਤਮ ਸੰਸਤਮ ਮਨః ਕ੍ਰਿਤਵਾ ਨਾ ਕਿੰਚਦਪੀ ਚਿੰਤਯੇਤ, ਤੇ ਪ੍ਰਮਾਤਮਾ ਦਾ ਚਿੰਤਨ ਕਰੋ, ਪ੍ਰਮਾਤਮਾ ਤੋਂ ਬਗੈਰ ਤੁਸੀਂ ਕਿਸੇ ਦਾ ਚਿੰਤਨ ਨਾ ਕਰੋ, ਇੱਕ ਨੂੰ ਮੰਨੋ, ਇੱਕ ਦੀ ਉਪਾਸਨਾ ਕਰੋ, ਇੱਕ ਦੀ ਬੰਦਗੀ ਕਰੋ। ਤੇ ਕੁਰਾਨ ਸ਼ਰੀਫ ਦੇ ਵਿੱਚ ਵੀ ਸਾਧ ਸੰਗਤ ਜੀ ਹਜ਼ਰਤ ਮੁਹੰਮਦ ਸੱਲੱਲਾਹੂ ਅਲੈਹਿ ਵਸੱਲਮ ਜੀ ਨੇ ਕਿਹਾ ਹੈ, ਵਾ ਇਲਾਹੁਕੁਮ ਇਲਾਹੁ ਵਾਹਿਦ ਲਾ ਇਲਾਹਾ ਇੱਲਾ ਹੁਵਰ ਰਹਿਮਾਨੁਰ ਰਹੀਮ। ਇਹ ਕੁਰਾਨ ਸ਼ਰੀਫ ਦੀ ਆਇਤ ਵਿੱਚ ਕਿਹਾ ਹੈ ਕਿ ਜੇ ਤੁਸੀਂ ਪੂਜਾ ਕਰਨੀ ਹੈ, ਇਬਾਦਤ ਕਰਨੀ ਹੈ ਤਾਂ ਇੱਕ ਦੀ ਕਰੋ, ਉਸ ਅੱਲਾ ਦੀ ਕਰੋ, ਅੱਲਾ ਤੋਂ ਬਗੈਰ ਤੁਸੀਂ ਕਿਸੇ ਦੀ ਇਬਾਦਤ ਨਾ ਕਰੋ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ ਤੇ ਉਦੋਂ ਜਿਹੜੇ ਕਾਜ਼ੀ ਸੀ ਤੇ ਇਧਰੋਂ ਸਾਧ ਸੰਗਤ ਜੀ ਜਿਹੜੇ ਪੰਡਤ ਸੀ, ਇਹ ਲੜ ਰਹੇ ਸੀ ਆਪਸ ਦੇ ਵਿੱਚ। ਵੇਦ ਕਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੇ। ਮੋਹ ਚ ਫਸੇ ਹੋਏ ਸੀ, ਪਰਿਵਾਰਕ ਮੋਹ ਦੇ ਵਿੱਚ ਤੇ ਲਾਲਚ ਵਿੱਚ ਫਸੇ ਹੋਏ ਸੀ। ਜਿੱਥੇ ਪੈਸਾ ਮਿਲ ਜਾਣਾ, ਜਿਵੇਂ ਅੱਜ ਆਪਾਂ ਕਹਿ ਦਿੰਦੇ ਆ ਲਿਫਾਫਾ ਮਿਲ ਜਾਣਾ, ਮੋਹੇ ਲਾਲਚ ਦੁਨੀ ਸੈਤਾਣੇ, ਤੇ ਸ਼ੈਤਾਨੀਆਂ ਕਰਦੇ ਸੀ। ਅੰਦਰੋਂ ਕੁਝ ਹੋਰ ਸੀ ਤੇ ਬਾਹਰੋਂ ਕੁਝ ਹੋਰ ਸੀ। ਫਿਰ ਤੀਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ। ਸੱਚ ਦੀ ਤਾਂ ਗੱਲ ਹੀ ਨਹੀਂ ਕਰਦੇ ਸੀ, ਖਹਿ ਖਹਿ ਕਰਕੇ ਮਰਦੇ ਸੀ ਬਾਹਮਣ ਤੇ ਮੌਲਾਣੇ। ਤੇ ਮਹਾਰਾਜ ਕਹਿੰਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸਿਰੋਂ ਨਾ ਮਿਟੇ ਆਵਣ ਜਾਣੇ। ਇਹ ਧਾਰਮਿਕ ਦਸ਼ਾ ਸੀ ਸਾਧ ਸੰਗਤ ਜੀ ਉਸ ਸਮੇਂ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਤੇ ਤੀਸਰੇ ਸੀ ਸੰਸਾਰਕ ਲੋਕ। ਸੰਸਾਰਕ ਲੋਕ ਕਿਹੋ ਜਿਹੇ ਸੀ? ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਹੈ, ਇਸਤਰੀ ਪੁਰਖ ਹੈ ਦਾਮ ਹਿਤ। ਇਸਤਰੀ ਪੁਰਸ਼ ਦਾ ਪ੍ਰੇਮ ਪੈਸੇ ਦਾ ਪ੍ਰੇਮ ਸੀ। ਇਸਤਰੀ ਪੁਰਖ ਹੈ ਦਾਮ ਹਿਤ, ਭਾਵੈ ਆਏ ਕਿਥਾਊ ਜਾਹੀ। ਭਾਵੇਂ ਕੋਈ ਕਿਤੋਂ ਆਵੇ ਕਿਤੇ ਜਾਵੇ, ਉਹ ਨਹੀਂ ਕੋਈ ਗੱਲ ਕਹਿੰਦੇ। ਸਾਨੂੰ ਨਹੀਂ, ਸਾਡੀ ਆਪਣੀ ਪਰਸਨਲ ਲਾਈਫ ਹੈ, ਸਾਨੂੰ ਨਹੀਂ ਕਹਿਣਾ ਕੁਝ ਵੀ, ਤੇ ਸਾਡੀ ਆਪਣੀ ਜ਼ਿੰਦਗੀ ਹੈ, ਅਸੀਂ ਆਜ਼ਾਦ ਹਾਂ। ਤੇ ਸਾਧ ਸੰਗਤ ਜੀ ਪੈਸੇ ਦਾ ਪ੍ਰੇਮ ਸੀ। ਜਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ ਹੈ, ਰੰਨਾ ਹੋਈਆ ਬੁੱਧੀਆ ਪੁਰਸ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਜਦੋਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ, ਉਸ ਤੋਂ ਪਹਿਲਾਂ ਸੰਸਾਰਕ ਲੋਕ ਕਿਹੋ ਜਿਹੇ ਸੀ? ਰੰਨਾ ਹੋਈਆ ਬੁੱਧੀਆ ਪੁਰਸ ਹੋਏ ਸਯਾਦ। ਜਿਹੜੇ ਪੁਰਸ਼ ਸੀ ਉਹ ਸਯਾਦ ਦਾ ਅਰਥ ਹੁੰਦਾ ਸ਼ਿਕਾਰੀ ਬਣੇ ਹੋਏ ਸੀ, ਤੇ ਰੰਨਾ ਦਾ ਅਰਥ ਹੈ ਇਸਤਰੀਆਂ। ਇਹ ਬੋਧੀਆਂ ਹੋਈਆਂ ਸੀ, ਗਿਆਨ ਦਿੰਦੀਆਂ ਸੀ, ਤੇ ਆਪਣੇ ਪਤੀ ਨੂੰ ਕਿਹਾ ਕਰਦੀਆਂ ਸੀ ਕਿ ਫਲਾਣੇ ਨੂੰ ਇਸ ਤਰ੍ਹਾਂ ਲੁੱਟ ਖਸੁੱਟ ਕੇ ਠੱਗੀ ਮਾਰ ਕੇ ਇਸ ਤਰ੍ਹਾਂ ਲੈ ਕੇ ਆਓ। ਉਹ ਗਿਆਨ ਦਿੰਦੀਆਂ ਸੀ, ਤੇ ਜਿਹੜੇ ਪੁਰਸ਼ ਸੀ ਉਹ ਸਾਧ ਸੰਗਤ ਜੀ ਸ਼ਿਕਾਰੀ ਹੋਏ ਸੀ। ਤੇ ਛਲ ਫਰੇਬ ਕਰਨਾ, ਠੱਗੀ ਤੇ ਧੋਖਾ ਮਾਰ ਕੇ ਝੂਠ ਬੋਲ ਕੇ ਮਾਇਆ ਲੈ ਕੇ ਆਉਣੀ। ਰੰਨਾ ਹੋਈਆ ਬੁੱਧੀਆ ਪੁਰਸ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ। ਇਹ ਚਾਰ ਬਚਨ ਹੈ ਸਾਧ ਸੰਗਤ ਜੀ। ਸੀਲ ਦਾ ਅਰਥ ਹੁੰਦਾ ਜਤੀ ਸਤੀ ਨਹੀਂ ਸੀ, ਉੱਚਾ ਸੁੱਚਾ ਜੀਵਨ ਨਹੀਂ ਸੀ। ਸੀਲ ਸੰਜਮ, ਸੰਜਮ ਦਾ ਅਰਥ ਹੁੰਦਾ ਨਿਯਮਬੱਧ ਜ਼ਿੰਦਗੀ ਨਹੀਂ ਸੀ, ਕੋਈ ਮਰਿਆਦਾ ਦੇ ਵਿੱਚ ਜ਼ਿੰਦਗੀ ਨਹੀਂ ਸੀ। ਤੇ ਸਾਧ ਸੰਗਤ ਜੀ ਸੁੱਚ ਭੰਨੀ, ਸੁਚਮਤਾ ਤਾਂ ਹੈ ਹੀ ਨਹੀਂ ਸੀ, ਪਵਿੱਤਰਤਾ ਤਾਂ ਰੱਖਣੀ ਨਹੀਂ। ਮਹਾਰਾਜ ਨੇ ਕਿਹਾ ਨਾ ਵੀ ਸੁੱਚ ਹੋਵੇ ਤਾਂ ਸੱਚ ਪਾਈਐ। ਜਿਹੋ ਜਿਹਾ ਖਾਓਗੇ ਉਹੋ ਜਿਹਾ ਮਨ ਬਣੇਗਾ। ਆਮ ਕਹਾਵਤ ਹੈ, ਜੈਸਾ ਅੰਨ ਵੈਸਾ ਮਨ। ਜਿਹੋ ਜਿਹਾ ਭੋਜਨ ਛਕੋਗੇ ਮਨ ਨੇ ਉਹੋ ਜਿਹਾ ਹੋਣਾ ਹੈ।
ਸੁਚ ਸੰਜਮ ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ। ਲੋਕ ਇਹੋ ਜਿਹੀਆਂ ਚੀਜ਼ਾਂ ਖਾ ਰਹੇ ਸੀ ਕਿ ਆਹਾਜ ਜਿਹੜੀਆਂ ਨਾ ਖਾਣ ਯੋਗ ਚੀਜ਼ਾਂ ਹੋਣ, ਜਿਹੜੀਆਂ ਹਜਮ ਨਹੀਂ ਹੁੰਦੀਆਂ, ਮਾਸ ਸ਼ਰਾਬ ਤੇ ਸਾਧ ਸੰਗਤ ਜੀ ਇਸ ਦਾ ਸੇਵਨ ਕਰਦੇ ਸੀ। ਤੇ ਵਾਹਿਗੁਰੂ ਵਾਲੀ ਤੇ ਗੱਲ ਹੀ ਨਹੀਂ ਸੀ। ਤੇ ਜਦੋਂ ਸਾਧ ਸੰਗਤ ਜੀ ਰੱਬ ਤੋਂ ਟੁੱਟ ਜਾਈਏ, ਯੱਬ ਵਿੱਚ ਫਸ ਜਾਈਏ, ਤੇ ਸਾਧ ਸੰਗਤ ਜੀ ਫੇਰ ਧਰਤੀ ਡੋਲਦੀ ਹੈ। ਜਦੋਂ ਰਾਜਨੀਤਿਕ ਇਹੋ ਜਿਹੇ ਹਾਲਾਤ ਸੀ, ਸੰਸਾਰਕ ਲੋਕ ਇਹੋ ਜਿਹੇ ਹੋ ਚੁੱਕੇ ਸੀ, ਤੇ ਸਾਧ ਸੰਗਤ ਜੀ ਧਾਰਮਿਕ ਲੋਕ ਵੀ ਜਿਹੜੇ ਸੀ ਉਹਨਾਂ ਦੇ ਵੀ ਉੱਚੇ ਸੁੱਚੇ ਜੀਵਨ ਨਹੀਂ ਰਹੇ। ਫਿਰ ਧਰਤੀ ਨੇ ਪੁਕਾਰਾਂ ਕੀਤੀਆਂ, ਧਰਤੀ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਮੇਰੇ ਤੇ ਭਾਰ ਬਹੁਤਾ ਵੱਧ ਗਿਆ ਹੈ। ਤੇ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਕਿ ਨਿੱਗਰ ਚੱਲੇ ਰਸਾਤਲ ਟੋਆ, ਮੈਂ ਟੋਏ ਵਿੱਚ ਚੱਲੀ ਹਾਂ। ਜਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਾਪਾਂ ਨਾਲ ਭਰੀ ਹੋਈ ਧਰਤੀ ਨੇ ਅਰਦਾਸਾਂ ਬੇਨਤੀਆਂ ਸ਼ੁਰੂ ਕੀਤੀਆਂ, ਸੱਚਾ ਸੁਣਿਆ ਕੰਨ ਦੇ। ਇਹ ਪੁਕਾਰਾਂ ਦੁਖੀ ਲੋਕਾਂ ਦੀਆਂ ਪੁਕਾਰਾਂ, ਨਾਮ ਜਪਣ ਵਾਲਿਆਂ ਦੀਆਂ ਪੁਕਾਰਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੱਕ ਪਹੁੰਚੀਆਂ। ਵਾਹਿਗੁਰੂ ਜੀ ਨੇ ਧਿਆਨ ਨਾਲ ਸੁਣਿਆ ਤੇ ਧੀਰਜ ਦੇਵੈ ਸਹਿਜ ਸੁਭਾਏ, ਧੀਰਜ ਦਿੱਤਾ ਧਰਤੀ ਨੂੰ ਅਤੇ ਹੌਸਲਾ ਦਿੱਤਾ। ਤੇ ਸਾਧ ਸੰਗਤ ਜੀ ਕੁਝ ਗੁਰਸਿੱਖਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਜੀ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ, ਉਸ ਸਮੇਂ ਧਰਤੀ ਤੇ ਕਿਹੜਾ ਭਾਰ ਸੀ? ਕੀ ਪਰਬਤਾਂ ਦਾ ਭਾਰ ਸੀ, ਪਹਾੜਾਂ ਦਾ ਭਾਰ ਸੀ, ਜਾਂ ਸਮੁੰਦਰਾਂ ਦੇ ਪਾਣੀਆਂ ਦਾ ਭਾਰ ਸੀ, ਦਰਿਆਵਾਂ ਦਾ ਭਾਰ ਸੀ, ਜਾਂ ਬਿਲਡਿੰਗਾਂ ਦਾ ਭਾਰ ਸੀ, ਜਾਂ ਫਿਰ 84 ਲੱਖ ਜੀਵ ਜੰਤੂ ਦਾ ਭਾਰ ਸੀ, ਜਾਂ ਫਿਰ ਭਾਈ ਸਾਹਿਬ ਜੀ ਉਤਭੁਜ ਖਾਣੀ ਦਾ ਭਾਰ ਸੀ, ਦਰਖਤਾਂ ਦਾ ਭਾਰ ਸੀ? ਤਾਂ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਉਚਾਰਨ ਕੀਤੀ। ਤੇ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ, ਉਸ ਸਮੇਂ ਧਰਤੀ ਤੇ ਕਿਹੜਾ ਭਾਰ ਸੀ? ਤੇ ਭਾਈ ਸਾਹਿਬ ਜੀ ਨੇ ਪਹਿਲਾ ਬਚਨ ਉਚਾਰਨ ਕੀਤਾ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਹੈ ਕਿ ਸਾਧ ਸੰਗਤ ਜੀ ਪਰਬਤਾਂ ਦਾ ਕੋਈ ਭਾਰ ਨਹੀਂ ਸੀ। ਤੇ ਧਰਤੀ ਕਹਿੰਦੀ ਸੀ ਕਿ ਪਰਬਤ ਤੇ ਪਹਾੜ ਭਾਵੇਂ ਆਕਾਸ਼ ਦੇ ਨਾਲ ਟੱਚ ਕਰ ਜਾਣ, ਮੇਰੇ ਉੱਤੇ ਪਰਬਤਾਂ ਦਾ ਪਹਾੜਾਂ ਦਾ ਕੋਈ ਭਾਰ ਨਹੀਂ ਹੈ। ਦੂਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ। ਪਹਿਲਾ ਬਚਨ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਦੂਸਰਾ ਬਚਨ ਕੀਤਾ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਵਸੰਦੇ। ਭਾਈ ਸਾਹਿਬ ਜੀ ਕਹਿੰਦੇ ਕੋਟ ਗੜ ਕੋਈ ਕਿਲਿਆਂ ਦਾ, ਕੋਈ ਬਿਲਡਿੰਗਾਂ ਦਾ, ਕੋਈ ਘਰ ਬਾਰ ਦਾ ਕੋਈ ਭਾਰ ਨਹੀਂ ਸੀ, ਭਾਰ ਹੋਰ ਸੀ। ਤੀਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਸਮੁੰਦਰਾਂ ਦੇ ਪਾਣੀ ਦਾ, ਨਦੀਆਂ ਦਾ ਕੋਈ ਭਾਰ ਨਹੀਂ ਸੀ। ਚੌਥਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਦਰਖਤਾਂ ਦਾ ਕੋਈ ਭਾਰ ਨਹੀਂ ਸੀ, ਫਲਾਂ ਦਾ ਉਤਪੁਜ ਖਾਣੀ ਦਾ ਕੋਈ ਭਾਰ ਨਹੀਂ ਸੀ। ਪੰਜਵਾਂ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ। 84 ਲੱਖ ਜੀਵ ਜੰਤੂਆਂ ਦਾ ਕੋਈ ਭਾਰ ਨਹੀਂ ਸੀ। ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ, ਫਿਰ ਭਾਰ ਕਿਸ ਚੀਜ਼ ਦਾ ਸੀ ਜਿਸ ਕਰਕੇ ਧਰਤੀ ਕਹਿੰਦੀ ਸੀ ਮੈਂ ਟੋਏ ਵਿੱਚ ਚੱਲੀ? ਤੇ ਭਾਈ ਸਾਹਿਬ ਜੀ ਨੇ 6ਵਾਂ ਬਚਨ ਉਚਾਰਨ ਕੀਤਾ ਕਿ ਸਾਧ ਸੰਗਤ ਜੀ ਧਰਤੀ ਤੇ ਭਾਰ ਇਹ ਸੀ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੀ। ਧਰਤੀ ਤੇ ਭਾਰ ਸੀ ਅਕ੍ਰਿਤ ਕਣ ਵਿਅਕਤੀਆਂ ਦਾ, ਜਿਹੜੇ ਮੰਦਿਆਂ ਨਾਲੋਂ ਮੰਦੇ ਹਨ। ਅਕ੍ਰਿਤ ਕਣ ਵਿਅਕਤੀ ਉਹ ਹਨ ਸਾਧ ਸੰਗਤ ਜੀ ਜਿਹੜੇ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਨਹੀਂ ਜਾਣਦੇ, ਜਿਹਨੂੰ ਅਹਿਸਾਨ ਫਰਾਮੋਸ਼ ਵਿਅਕਤੀ ਕਹਿੰਦੇ ਆ। ਸਭ ਤੋਂ ਵੱਡਾ ਭਾਰ ਅਕ੍ਰਿਤ ਕਣ ਹਨ।
ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ, ਕੀਆ ਨਾ ਜਾਣੈ ਅਕਿਰਤ ਘਣ ਬਹੁ ਜੋਨੀ ਫਿਰਤੇ। ਜਿਹੜੇ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਨਹੀਂ ਜਾਣਦੇ, ਸਾਧ ਸੰਗਤ ਜੀ, ਐਸੇ ਅਕ੍ਰਿਤ ਘਣ ਵਿਅਕਤੀਆਂ ਦਾ ਭਾਰ ਸੀ। ਕਦੀ ਅਕ੍ਰਿਤ ਘਣ ਨਹੀਂ ਬਣਨਾ ਚਾਹੀਦਾ। ਸਭ ਤੋਂ ਵੱਡਾ ਭਾਰ ਧਰਤੀ ਤੇ ਅਕ੍ਰਿਤ ਘਣ ਵਿਅਕਤੀਆਂ ਦਾ ਸੀ। ਸਭ ਤੋਂ ਵੱਡੇ ਉਹ ਅਕ੍ਰਿਤ ਘਣ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦਾ 2.5 ਘੰਟੇ ਸਿਮਰਨ ਨਹੀਂ ਕਰਦੇ। ਅਕ੍ਰਿਤ ਘਣਤਾ ਹੀ ਹੈ ਸਾਧ ਸੰਗਤ ਜੀ। ਏਡਾ ਸੋਹਣਾ ਸਰੀਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤਾ ਹੈ, ਤੇ ਉਸ ਸਰੀਰ ਦੇ ਵਿੱਚ ਵਾਹਿਗੁਰੂ ਨਾ ਚੇਤੇ ਕਰੀਏ। ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਇੱਕ ਕਥਾ ਆਉਂਦੀ ਹੈ ਕਿ ਇੱਕ ਕੋਈ ਵਿਅਕਤੀ ਸੀ, ਉਹ ਵਾਹਿਗੁਰੂ ਨੂੰ ਉਲਾਂਭੇ ਦੇ ਰਿਹਾ ਸੀ, ਗਿਲੇ ਸ਼ਿਕਵੇ ਦੇ ਰਿਹਾ ਸੀ ਕਿ ਮੈਨੂੰ ਰੱਬ ਨੇ ਕੀ ਦਿੱਤਾ, ਮੈਨੂੰ ਕੁਝ ਨਹੀਂ ਦਿੱਤਾ, ਮੈਂ ਰੱਬ ਨੂੰ ਨਹੀਂ ਮੰਨਦਾ ਹਾਂ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ, ਤੇ ਮਹਾਰਾਜ ਨੂੰ ਭਾਵੇਂ ਕੋਈ ਗਲਤ ਕਹਿ ਦਿੰਦਾ ਸੀ ਤੇ ਮਹਾਰਾਜ ਸਹਾਰ ਲੈਂਦੇ ਸੀ, ਲੇਕਿਨ ਜਦੋਂ ਵਾਹਿਗੁਰੂ ਨੂੰ ਕੋਈ ਕਹਿੰਦਾ ਸੀ ਤੇ ਮਹਾਰਾਜ ਫੇਰ ਉਹਦੇ ਕੋਲ ਪਹੁੰਚ ਜਾਂਦੇ ਸੀ ਕਿ ਤੂੰ ਵਾਹਿਗੁਰੂ ਨੂੰ ਕਿਉਂ ਕਹਿ ਰਿਹਾ, ਉਲਾਂਭੇ ਦੇ ਰਿਹਾ। ਜਿਵੇਂ ਕਿਸੇ ਵਿਦਵਾਨ ਨੇ ਕਿਹਾ ਹੈ, ਬੁਰਿਆਂ ਨਾਲ ਬੁਰਿਆਈ ਕਰਨੀ ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਬੁਰਿਆਂ ਨਾਲ ਮਹਾਰਾਜ ਨੇ ਚੰਗਿਆਈ ਕੀਤੀ, ਸੱਜਣ ਠੱਗ ਵਰਗਿਆਂ ਨੂੰ ਗਲ ਦੇ ਨਾਲ ਲਾਇਆ, ਸੰਤ ਬਣਾ ਦਿੱਤਾ। ਜੇ ਗੁਰੂ ਸਾਹਿਬ ਜੀ ਮੱਕੇ ਗਏ ਔਰ ਸਾਧ ਸੰਗਤ ਜੀ ਜੀਵਨ ਮਾਰੀ ਲੱਤ ਦੀ, ਜੀਵਨ ਕਾਜੀ ਨੇ ਮਹਾਰਾਜ ਸਾਹਿਬ ਜੀ ਦੇ ਲੱਤ ਮਾਰੀ, ਫੇਰ ਸਾਧ ਸੰਗਤ ਜੀ ਟੰਗੋ ਪਕੜ ਘਸੀਟਿਆ। ਭਾਈ ਸਾਹਿਬ ਜੀ ਕਹਿੰਦੇ ਲੱਤਾਂ ਤੋਂ ਫੜ ਕੇ ਘਸੀੜਿਆ, ਪਰ ਮਹਾਰਾਜ ਨੇ ਲੱਤ ਨਹੀਂ ਮਾਰੀ। ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਐਸੀ ਕਲਾ ਵਰਤੀ, ਜਦੋਂ ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਭਲਾ ਦਿਖਾਰੀ, ਮੱਕਾ ਹੀ ਘੁੰਮ ਗਿਆ ਸਾਧ ਸੰਗਤ ਜੀ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜਾ ਰੱਬ ਨੂੰ ਉਲਾਂਭੇ ਦੇ ਰਿਹਾ ਸੀ, ਮਹਾਰਾਜ ਕਹਿੰਦੇ ਤੂੰ ਰੱਬ ਨੂੰ ਕਿਉਂ ਕਹਿਣਾ? ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ, ਮੈਂ ਨਹੀਂ ਮੰਨਦਾ ਰੱਬ ਨੂੰ, ਮੈਨੂੰ ਪੈਸਾ ਨਹੀਂ ਦਿੱਤਾ। ਤੇ ਮਹਾਰਾਜ ਕਹਿੰਦੇ ਜੋ ਕੁਝ ਤੈਨੂੰ ਦਿੱਤਾ ਹੈ ਤੇ ਤੂੰ ਧੰਨਵਾਦ ਕਰਿਆ ਕਰ। ਕਹਿੰਦਾ ਮੈਨੂੰ ਦਿੱਤਾ ਹੀ ਕੁਝ ਨਹੀਂ ਰੱਬ ਨੇ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਤੈਨੂੰ ਚਾਹੀਦਾ ਕੀ ਹੈ? ਕਹਿੰਦਾ ਮੈਨੂੰ ਪੈਸਾ ਚਾਹੀਦਾ ਹੈ। ਤੇ ਮਹਾਰਾਜ ਕਹਿੰਦੇ ਅਸੀਂ ਦੇ ਦਿੰਦੇ ਹਾਂ, ਸਾਨੂੰ ਰੱਬ ਨੇ ਭੇਜਿਆ। ਤੇ ਮਹਾਰਾਜ ਸਾਹਿਬ ਕਹਿੰਦੇ ਕਿੰਨੇ ਪੈਸੇ ਚਾਹੀਦੇ ਆ? ਕਹਿੰਦੇ ਜਿੰਨੇ ਮਰਜ਼ੀ ਦੇ ਦਿਓ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰ, ਜੋ ਰੱਬ ਨੇ ਤੈਨੂੰ ਜੋ ਕੁਝ ਦਿੱਤਾ ਹੈ ਉਹਦੇ ਵਿੱਚੋਂ ਅਸੀਂ ਤੇਰੇ ਤੋਂ ਇੱਕ ਚੀਜ਼ ਲਵਾਂਗੇ ਤੇ ਤੈਨੂੰ ਉਹਦੇ ਬਦਲੇ ਤੈਨੂੰ ਪੈਸੇ ਦੇਵਾਂਗੇ। ਤੇ ਮਹਾਰਾਜ ਕਹਿੰਦੇ ਆ ਜਿਹੜੇ ਤੇਰੇ 2 ਹੱਥ ਹੈ, ਇੱਕ ਹਾਥੀ ਦੇ ਦੇ ਵੱਢ ਕੇ 10,000 ਰੁਪਇਆ ਲੈ ਲੈ, 2 ਦੇ ਦੇ ਤੈਨੂੰ 20,000 ਰੁਪਇਆ ਦੇ ਦਿੰਨੇ ਆ, ਆ ਇੱਕ ਲੱਤ ਵੱਢ ਕੇ ਦੇ ਦੇ 50,000 ਰੁਪਇਆ ਹੁਣੇ ਲੈ ਲੈ, ਇੱਕ ਅੱਖ ਦੇ ਦੇ ਲੱਖ ਰੁਪਇਆ ਦੇ ਦਿੰਦੇ ਆ, ਦੋਵੇਂ ਅੱਖਾਂ ਦੇ ਦੇਗਾ ਤੈਨੂੰ 5 ਲੱਖ ਦੇ ਦਿੰਦੇ ਆ। ਤੇ ਕਹਿੰਦਾ ਇਹ ਤੇ ਮੈਂ ਦੇ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਇਹ ਕਿਨੇ ਦਿੱਤੀਆਂ ਅੱਖਾਂ, ਇਹ ਲੱਤਾਂ ਬਾਹਾਂ, ਪਹਿਲਾਂ ਤਾਂ ਤੂੰ ਧੰਨਵਾਦ ਕਰ, ਨਾ ਸ਼ੁਕਰਾ ਕਿਉਂ ਹੁੰਦਾ? ਸਰੀਰ ਤੰਦਰੁਸਤ ਹੈ, ਚੜ੍ਹਦੀ ਕਲਾ ਹੈ। ਪਿੰਗਲਵਾੜਿਆਂ 'ਚ ਜਾ ਕੇ ਦੇਖੋ, ਆ ਮੈਂਟਲ ਹਸਪੀਟਲਾਂ ਦੇ ਵਿੱਚ ਜਾ ਕੇ ਦੇਖੋ, ਦਿਮਾਗੀ ਜਿਨ੍ਹਾਂ ਦੇ ਸੰਤੁਲਨ ਨਹੀਂ ਠੀਕ ਹੈਗੇ, ਤੇ ਸਾਧ ਸੰਗਤ ਜੀ ਟੈਚੀਆਂ 'ਚ ਮਾਇਆ ਭਰ ਭਰ ਕੇ ਚੱਕੀ ਫਿਰਦੇ ਆ ਕਿ ਇਹਨਾਂ ਦਾ ਦਿਮਾਗ ਠੀਕ ਹੋ ਜਾਵੇ, ਪਰ ਪੈਸੇ ਕਿੱਥੇ ਕੰਮ ਆਉਂਦੇ ਆ? ਇਹ ਤੇ ਵਾਹਿਗੁਰੂ ਜੀ ਦਾ ਵੱਡਾ ਪਰਉਪਕਾਰ ਹੈ। ਸਭ ਤੋਂ ਜ਼ਿਆਦਾ ਧੰਨਵਾਦ ਵਿਅਕਤੀ ਨੂੰ ਇਸ ਗੱਲ ਦਾ ਕਰਨਾ ਚਾਹੀਦਾ ਕਿ ਮਹਾਰਾਜ ਨੇ ਸਾਡਾ ਸਰੀਰ ਰਿਸ਼ਟ ਪੁਸ਼ਟ ਰੱਖਿਆ, ਵਾਹਿਗੁਰੂ ਨੇ ਤੰਦਰੁਸਤੀ ਬਖਸ਼ਿਸ਼ ਕੀਤੀ ਹੈ। ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਕਿਹਾ, ਤੇ ਕਹਿੰਦਾ ਮਹਾਰਾਜ ਇਹ ਚੀਜ਼ਾਂ ਮੈਂ ਦੇ ਨਹੀਂ ਸਕਦਾ। ਮਹਾਰਾਜ ਕਹਿੰਦੇ ਫਿਰ ਤੂੰ ਨਾ ਗਿਲੇ ਸ਼ਿਕਵੇ ਨਾ ਕਰ, ਉਲਾਂਭੇ ਨਾ ਦੇ, ਅਕ੍ਰਿਤ ਘਣ ਨਾ ਬਣ। ਜੇ ਵਾਹਿਗੁਰੂ ਨੇ ਤੈਨੂੰ ਕੁਝ ਦਿੱਤਾ ਨਹੀਂ, ਤੂੰ ਨਾਮ ਜਪ, ਤੈਨੂੰ ਸਭ ਕੁਝ ਮਿਲ ਜਾਏਗਾ ਜੇ ਤੂੰ ਭਜਨ ਕਰੇਂਗਾ। ਤੇ ਸਾਧ ਸੰਗਤ ਜੀ ਸਾਡੇ ਵੀ ਇਹੋ ਜੀ ਗੱਲ ਹੈ, 10 ਵਸਤੂ ਲੈ ਪਾਛੇ ਪਾਵੈ,
10 ਚੀਜ਼ਾਂ ਜੇ ਰੱਬ ਨੇ ਦਿੱਤੀਆਂ ਉਹ ਸਾਨੂੰ ਭੁੱਲੀਆਂ ਹੋਈਆਂ। ਏਕ ਬਸਤ ਕਾਰਨ ਬਿਕੋਟ ਗਵਾਵੈ, ਇੱਕ ਨਾ ਦੇਵੇ। ਤੇ ਸਾਧ ਸੰਗਤ ਜੀ ਫਿਰ ਗਿਲੇ ਸ਼ਿਕਵੇ ਸ਼ੁਰੂ ਹੋ ਜਾਂਦੇ ਆ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੇ ਪਾਵੈ, ਏਕ ਬਸਤ ਕਾਰਨ ਬਿਕੋਟ ਗਵਾਵੈ। ਏਕ ਭੀ ਨਾ ਦੇ 10 ਭੀਰ ਲੈ ਤੋ ਮੂੜਾ ਕਹੋ ਕਹਾ ਕਰੇ। ਜੇ ਤੈਨੂੰ 10 ਨਾ ਦੇਵੇ ਵਾਹਿਗੁਰੂ, ਇੱਕ ਵੀ ਖਿੱਚ ਲਵੇ, ਤੂੰ ਕੀ ਕਰ ਲੇਗਾ। ਇਹ ਸਾਧ ਸੰਗਤ ਜੀ ਵਾਹਿਗੁਰੂ ਦਾ ਹਮੇਸ਼ਾ ਹੀ ਧੰਨਵਾਦ ਕਰਨਾ ਚਾਹੀਦਾ ਹੈ। ਵਾਹਿਗੁਰੂ ਦੇ ਰੋਜ਼ਾਨਾ 2.5 ਘੰਟੇ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨਾ। ਤੇ ਸਾਧ ਸੰਗਤ ਜੀ ਉਸ ਸਮੇਂ ਗੱਲ ਚੱਲ ਰਹੀ ਸੀ ਕਿ ਅਕ੍ਰਿਤ ਘਣ ਵਿਅਕਤੀਆਂ ਦਾ ਬਹੁਤਾ ਭਾਰ ਸੀ ਤੇ ਪੁਕਾਰਾਂ ਕਰ ਰਹੀ ਸੀ ਧਰਤੀ। ਮਹਾਪੁਰਸ਼ ਕਹਿੰਦੇ ਕਿ ਉਹ ਪੁਕਾਰਾਂ ਕਿਹੜੀਆਂ ਸਨ। ਸਾਧ ਸੰਗਤ ਜੀ ਜਦੋਂ ਸੱਜਣ ਠੱਗ ਨੇ ਕਿੰਨੇ ਲੋਕਾਂ ਨੂੰ ਕਤਲ ਕੀਤਾ ਹੋਵੇਗਾ, ਮਾਰਿਆ ਹੋਵੇਗਾ, ਤੇ ਮਰਦਿਆਂ ਉਹ ਪੁਕਾਰ ਤਾਂ ਕਰਦੇ ਹੋਣਗੇ ਨਾ। ਭੂਮੀਏ ਚੋਰ ਨੇ ਕਿੰਨਿਆਂ ਨੂੰ ਲੁੱਟਿਆ ਤੇ ਕਿੰਨਿਆਂ ਨੂੰ ਮਾਰਿਆ, ਮਰਦਿਆਂ ਹੋਇਆਂ ਉਹ ਪੁਕਾਰਾਂ ਕਰਦੇ। ਇਸੇ ਤਰ੍ਹਾਂ ਕੌਡੇ ਰਾਖਸ਼ ਨੇ ਸਾਧ ਸੰਗਤ ਜੀ, ਉਹ ਕੋਈ ਸਿੰਘਾਂ ਵਾਲਾ ਰਾਖਸ਼ ਨਹੀਂ ਸੀ, ਉਹ ਆਦਮਖੋਰ ਸੀ, ਬੰਦੇ ਮਾਰ ਮਾਰ ਖਾਂਦਾ ਸੀ ਤਲ ਤਲ ਕੇ। ਸਾਧ ਸੰਗਤ ਜੀ ਬੰਦੇ ਦਾ ਮਾਸ ਖਾਂਦਾ ਸੀ ਤੇ ਜਦੋਂ ਉਹ ਕਿਸੇ ਵਿਅਕਤੀਆਂ ਨੂੰ ਮਾਰਦਾ ਸੀ, ਕਤਲ ਕਰਦਾ ਸੀ, ਤੇ ਸਾਧ ਸੰਗਤ ਜੀ ਪੁਕਾਰਾਂ ਤਾਂ ਕਰਦੇ ਹੋਣਗੇ ਨਾ। ਜਿਹੜੀ ਨੂਰ ਸ਼ਾਹ ਜਾਦੂਗਰਨੀ ਸੀ, ਉਹਨੇ ਸਾਧ ਸੰਗਤ ਜੀ ਕਿੰਨਿਆਂ ਨੂੰ ਜਾਦੂ ਟੂਣੇ ਵਿੱਚ ਫਸਾਇਆ ਹੋਇਆ ਸੀ, ਪੁਕਾਰਾਂ ਕਰਦੇ ਹੋਣਗੇ। ਬਾਬਰ ਨੇ ਕਿੰਨਾ ਕਹਿਰ ਕੀਤਾ, ਲੋਕਾਂ ਨੇ ਪੁਕਾਰਾਂ ਕੀਤੀਆਂ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਪਖੰਡੀ ਸੀ ਉਹ ਠੱਗੀਆਂ ਮਾਰਦੇ ਸੀ, ਤੇ ਜਿਨ੍ਹਾਂ ਦੇ ਨਾਲ ਠੱਗੀਆਂ ਵੱਜੀਆਂ ਹੋਣਗੀਆਂ ਉਹ ਪੁਕਾਰਾਂ ਤਾਂ ਕਰਦੇ ਹੋਣਗੇ। ਤੇ ਸਾਧ ਸੰਗਤ ਜੀ ਜਦੋਂ ਸਾਰਿਆਂ ਨੇ ਪੁਕਾਰਾਂ ਕੀਤੀਆਂ, ਅਰਦਾਸਾਂ ਬੇਨਤੀਆਂ ਕੀਤੀਆਂ, ਧਰਤੀ ਨੇ ਵੀ ਅਰਦਾਸ ਬੇਨਤੀ ਕੀਤੀ, ਤਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਫੇਰ ਸਾਰਿਆਂ ਦੀਆਂ ਪੁਕਾਰਾਂ ਨੂੰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਅਵਤਾਰ ਪ੍ਰਗਟ ਕੀਤਾ ਸੰਸਾਰ ਦੇ ਵਿੱਚ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਤਿਗੁਰੂ ਜੀ ਇਸ ਤਰ੍ਹਾਂ ਪ੍ਰਗਟ ਹੋਏ ਸਾਧ ਸੰਗਤ ਜੀ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ, ਤੇ ਜਿਹੜੀ ਵਹਿਮਾਂ ਭਰਮਾਂ ਦੀ ਧੁੰਦ ਸੀ ਮਿਟ ਗਈ ਸਾਧ ਸੰਗਤ ਜੀ। ਤੇ ਮਿਟੀ ਧੁੰਦ ਜਗ ਚਾਨਣ ਹੋਆ, ਸੰਸਾਰ ਵਿੱਚ ਚਾਨਣ ਹੋ ਗਿਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਸੂਰਜ ਜਦੋਂ ਨਿਕਲਦਾ ਹੈ ਤੇ ਤਾਰੇ ਛਿਪ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ। ਤੇ ਇਹ ਸਾਧ ਸੰਗਤ ਜੀ ਦੁਨਿਆਵੀ ਸੂਰਜ ਦੀ ਮਰਿਆਦਾ ਹੈ। ਪਰ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਐਸੇ ਸੂਰਜ ਪ੍ਰਗਟ ਹੋਏ ਸਾਧ ਸੰਗਤ ਜੀ, ਉਹ ਛਿਪੇ ਨਹੀਂ। ਦੁਨਿਆਵੀ ਸੂਰਜ ਆਪਣੇ ਆਪ ਚੜ੍ਹਦਾ ਹੈ ਤੇ ਆਪਣੇ ਆਪ ਅਲੋਪ ਹੋ ਜਾਂਦਾ ਹੈ। ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਸੂਰਜ ਚੜ੍ਹੇ ਸਾਧ ਸੰਗਤ ਜੀ, ਅਲੋਪ ਨਹੀਂ ਹੋਏ। ਅੱਜ ਵੀ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ ਰੂਪ ਦੇ ਵਿੱਚ ਹੋ ਕੇ ਸਾਰੀ ਸ੍ਰਿਸ਼ਟੀ ਨੂੰ, ਸਾਰੀ ਧਰਤੀ ਨੂੰ ਮਹਾਰਾਜ ਸਾਹਿਬ ਜੀ ਗਿਆਨ ਦੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਚਾਨਣ ਬਖਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸਾਧ ਸੰਗਤ ਜੀ ਅੱਜ ਦੇ ਦਿਨ ਬਿਕਰਮੀ ਸੰਮਤ 1526 ਤੇ ਸਾਧ ਸੰਗਤ ਜੀ ਇਸੇ ਤਰ੍ਹਾਂ 1469 ਈਸਵੀ ਨੂੰ ਸਾਧ ਸੰਗਤ ਜੀ ਕੱਤਕ ਸੁਦੀ ਪੂਰਨਮਾਸੀ ਦੇ ਦਿਹਾੜੇ ਤੇ ਬੁੱਧਵਾਰ ਦਾ ਦਿਨ ਸੀ। ਅੰਮ੍ਰਿਤ ਵੇਲੇ ਦਾ ਸਮਾਂ ਸੀ 1:30 ਵਜੇ ਦਾ। ਤੇ ਸਾਧ ਸੰਗਤ ਜੀ ਸਾ ਧਰਤ ਪਈ ਹਰੀਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ। ਧਰਤੀ ਰਾਏ ਭੋਏ ਦੀ ਤਲਵੰਡੀ ਸਾਧ ਸੰਗਤ ਜੀ, ਜਿਸ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਾਂ ਪਾਕਿਸਤਾਨ ਦੇ ਵਿੱਚ। ਤੇ ਧੰਨ ਧੰਨ ਪਿਤਾ ਸਤਿਕਾਰਯੋਗ ਪੂਜਨਿਕ ਪਿਤਾ ਧੰਨ ਧੰਨ ਬਾਬਾ ਕਲਿਆਣ ਚੰਦ ਜੀ। ਤੇ ਸਾਧ ਸੰਗਤ ਜੀ ਧੰਨ ਧੰਨ ਪਿਤਾ ਧੰਨ ਧੰਨ ਕੁਲ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ।
ਤੇ ਸਾਧ ਸੰਗਤ ਜੀ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਰਮ ਪੂਜਨੀਕ ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦੇ ਉਦਰ ਤੋਂ ਅੱਜ ਦੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਪਾਵਨ ਪਵਿੱਤਰ ਅਵਤਾਰ ਜਿਹੜਾ ਸੀ ਸਾਧ ਸੰਗਤ ਜੀ ਸ੍ਰੀ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਧਾਰਨ ਕੀਤਾ। ਜਿਸ ਸਮੇਂ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਸਮੇਂ ਘਰ ਦੇ ਵਿੱਚ ਸਾਧ ਸੰਗਤ ਜੀ 8 ਬੱਤੀਆਂ ਵਾਲਾ ਇੱਕ ਦੀਵਾ ਜਗ ਰਿਹਾ ਸੀ। ਤੇ ਜਦੋਂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਦੀਵੇ ਦੀ ਰੋਸ਼ਨੀ ਮੱਧਮ ਪੈ ਗਈ, ਫਿੱਕੀ ਪੈ ਗਈ ਤੇ ਸਾਰੇ ਕਮਰੇ ਦੇ ਵਿੱਚ ਚਾਨਣ ਹੀ ਚਾਨਣ ਹੋ ਗਿਆ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਸਾਰੀ ਧਰਤੀ ਸ਼ਾਂਤ ਹੋ ਗਈ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਵਾਯੂ ਮੰਡਲ ਦੇ ਵਿੱਚ ਟਿਕਾ ਆ ਗਿਆ, ਹਰ ਪਾਸੇ ਸ਼ਾਂਤੀ ਵਰਤ ਗਈ ਸਾਧ ਸੰਗਤ ਜੀ, ਤੇ ਖੁਸ਼ਬੂ ਹੀ ਖੁਸ਼ਬੂ ਫੈਲ ਗਈ। ਕਿਉਂਕਿ ਦੋ ਤਰ੍ਹਾਂ ਦੀ ਸ੍ਰਿਸ਼ਟੀ ਹੈ, ਇੱਕ ਖਾਕੀ ਸ੍ਰਿਸ਼ਟੀ ਹੈ, ਇੱਕ ਨੂਰੀ ਸ੍ਰਿਸ਼ਟੀ ਹੈ। ਖਾਕੀ ਸ੍ਰਿਸ਼ਟੀ ਦੇ ਵਿੱਚ ਅਸੀਂ ਆ ਜਾਂਦੇ ਹਾਂ ਸੰਸਾਰਕ ਲੋਕ, ਪਰ ਨੂਰੀ ਸ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਨੂਰ ਆਉਂਦਾ ਹੈ, ਪ੍ਰਕਾਸ਼ ਆਉਂਦਾ ਹੈ। ਦੇਵੀ ਦੇਵਤੇ, ਪੀਰ ਪੈਗੰਬਰ, ਰਹਿਬਰ, ਅਵਤਾਰ, ਸ਼ਹੀਦ ਸਿੰਘ, ਇਹ ਸਾਰੇ ਨੂਰੀ ਸ੍ਰਿਸ਼ਟੀ ਦੇ ਵਿੱਚ ਆਉਂਦੇ ਆ। ਜਦੋਂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਦੇਵਤਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਸਾਧ ਸੰਗਤ ਜੀ ਫੁੱਲਾਂ ਦੀ ਵਰਖਾ ਕੀਤੀ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਦੇ ਨਾਲ ਜੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਇੱਕ ਮੁਸਲਮਾਨ ਬੀਬੀ ਦੌਲਤਾਂ ਦਾਈ ਨੇ ਗੁਰੂ ਸਾਹਿਬ ਜੀ ਦੇ ਅਵਤਾਰ ਦੀ ਸੇਵਾ ਨਿਭਾਈ। ਇੱਕ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਉਹ ਮਾਤਾ ਦੇ ਉਦਰ ਦੇ ਵਿੱਚ ਨਹੀਂ ਆਉਂਦੇ। ਜਾਂ ਗੁਰਬਾਣੀ 'ਚ ਇਹ ਬਚਨ ਹਨ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਪਰਸ਼ ਕੀਤਾ, ਉਹ ਸਾਧ ਸੰਗਤ ਜੀ ਇੱਥੇ ਵੀ ਜੀਵਨ ਮੁਕਤ ਹਨ ਤੇ ਅੰਤ ਨੂੰ ਵੀ ਉਹਨਾਂ ਨੂੰ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ 3 ਬਚਨ ਹਨ ਸਾਧ ਸੰਗਤ ਜੀ। ਪਹਿਲੀ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੁਣਨਾ ਤੇ ਪਹਿਲੀ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਤੇ ਪਹਿਲੀ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਪਰਸ਼ ਕਰਨਾ, ਛੂਹਣਾ। ਇਹ ਸਾਧ ਸੰਗਤ ਜੀ ਤਿੰਨੇ ਬਖਸ਼ਿਸ਼ਾਂ ਇੱਕ ਮੁਸਲਮਾਨ ਬੀਬੀ ਦੌਲਤਾਂ ਦਾਈ ਦੇ ਹਿੱਸੇ ਦੇ ਵਿੱਚ ਆਈਆਂ। ਦੌਲਤਾਂ ਦਾਈ ਨੇ ਪਹਿਲੀ ਵਾਰ ਮਹਾਰਾਜ ਸਾਹਿਬ ਜੀ ਨੂੰ ਸੁਣਿਆ ਤੇ ਮਹਾਰਾਜ ਮੁਸਕਰਾ ਰਹੇ ਸੀ, ਹੱਸ ਰਹੇ ਸੀ, ਤੇ ਕਿਉਂਕਿ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਨੂੰ ਹਸਾਉਣ ਵਾਸਤੇ ਆਏ। ਤੇ ਵਿਦਵਾਨਾਂ ਨੇ ਗ੍ਰੰਥਾਂ 'ਚ ਲਿਖਿਆ ਕਿ ਜਦੋਂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਬੋਲਿਆ। ਕਈਆਂ ਨੇ ਇਹ ਲਿਖਿਆ ਕਿ ਓੰਕਾਰ ਸ਼ਬਦ ਬੋਲਿਆ। ਔਰ ਦੌਲਤਾਂ ਦਾਈ ਨੇ ਵੀ ਕਿਹਾ ਸੀ ਕਿ ਬਹੁ ਸਿਸ ਜਨਮੇ ਮਮ ਕਰ ਮਾਹੀ, ਇਹ ਅਚਰਜ ਕਬ ਦੇਖਿਓ ਨਾਹੀ, ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਵੀ ਇੰਨੇ ਵਧੀਆ ਵਧੀਆ ਸ਼ਬਦ ਬੋਲੇ ਮਹਾਰਾਜ ਸਾਹਿਬ ਜੀ ਨੇ। ਕਿਸੇ ਨੇ ਲਿਖਿਆ ਸਤ ਕਰਤਾਰ ਬੋਲਿਆ। ਇਹ ਪਹਿਲਾ ਸ਼ਬਦ ਇੱਕ ਮੁਸਲਮਾਨ ਬੀਬੀ ਦੌਲਤਾਂ ਦਾਈ ਦੇ ਕੰਨਾਂ ਦੇ ਵਿੱਚ ਪਿਆ। ਪਹਿਲੀ ਵਾਰ ਗੁਰੂ ਸਾਹਿਬ ਜੀ ਦੇ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਤੇ ਪਹਿਲੀ ਵਾਰ ਸਪਰਸ਼ ਦੌਲਤਾਂ ਦਾਈ ਨੇ ਕੀਤਾ। ਤੇ ਦੌਲਤਾਂ ਦਾਈ ਸਾਧ ਸੰਗਤ ਜੀ ਏਡੀ ਆਨੰਦਮਈ ਅਵਸਥਾ ਦੇ ਵਿੱਚ ਆ ਗਈ, ਕੰਠ ਰੁਕ ਗਿਆ, ਅੰਦਰ ਸ਼ਾਂਤੀ ਵਰਤ ਗਈ ਤੇ ਵੈਰਾਗ ਦੇ ਵਿੱਚ ਵੀ ਆ ਗਈ। ਕੋਈ ਬੋਲ ਹੀ ਨਾ ਆਇਆ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸਮਾਧੀ ਲੱਗ ਗਈ। ਇੱਕ ਟੱਕ ਲਾ ਕੇ ਮਹਾਰਾਜ ਵੱਲ ਦੇਖੀ ਜਾਂਦੀ ਹੈ ਦੌਲਤਾਂ ਦਾਈ। ਤੇ ਵੈਰਾਗ ਦੇ ਵਿੱਚ ਆ ਕੇ ਜਦੋਂ ਬਾਹਰ ਆਈ ਤੇ ਬਾਬਾ ਕਲਿਆਣ ਚੰਦ ਜੀ ਨੇ ਪੁੱਛਿਆ ਤੇ ਦੌਲਤਾਂ ਦਾਈ ਨੇ ਕਿਹਾ, ਪਟਵਾਰੀ ਜੀ ਵਧਾਈ ਹੋਵੇ। ਤੇ ਬਾਬਾ ਕਲਿਆਣ ਚੰਦ ਜੀ ਨੇ ਪੁੱਛਿਆ, ਦੌਲਤਾਂ
ਬੱਚਾ ਰੋਇਆ ਨਹੀਂ, ਤੇ ਮੈਨੂੰ ਦੱਸ ਪੁੱਤਰ ਹੋਇਆ ਹੈ ਕਿ ਪੁੱਤਰੀ ਹੋਈ ਹੈ। ਤੇ ਸਾਧ ਸੰਗਤ ਜੀ, ਉਸ ਸਮੇਂ ਇੱਕ ਮੁਸਲਮਾਨ ਬੀਬੀ ਦੌਲਤਾਂ ਦਾਈ ਨੇ ਕਿਹਾ, ਨਾ ਪੁੱਤਰ ਹੋਇਆ ਹੈ ਨਾ ਪੁੱਤਰੀ ਹੋਈ ਹੈ। ਪਟਵਾਰੀ ਜੀ, ਤੁਹਾਡੇ ਘਰ ਦੇ ਵਿੱਚ ਕਰਤਾਰ ਆਪ ਆਇਆ ਹੈ, ਵਾਹਿਗੁਰੂ ਆਪ ਆਏ ਹਨ। ਤੇ ਸਾਧ ਸੰਗਤ ਜੀ, ਫੇਰ ਦੌਲਤਾਂ ਦਾਈ ਨੇ ਕਿਹਾ, ਤੇ ਬਾਬਾ ਕਲਿਆਣ ਚੰਦ ਜੀ ਬਹੁਤ ਪ੍ਰਸੰਨ ਹੋਏ। ਇੱਕ ਥਾਲ ਦੇ ਵਿੱਚ ਮਾਇਆ ਭਰ ਕੇ ਲੈ ਕੇ ਆਏ, ਦੌਲਤਾਂ ਦਾਈ ਨੂੰ ਦੇਣ ਲੱਗੇ। ਤੇ ਸਾਧ ਸੰਗਤ ਜੀ, ਦੌਲਤਾਂ ਦਾਈ ਜਿਹੜੀ ਪਹਿਲਾਂ ਹੀ ਰੱਜ ਗਈ ਸੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ, ਤੇ ਦੌਲਤਾਂ ਦਾਈ ਕਹਿਣ ਲੱਗੀ, ਰਹਿਣ ਦੇਵੇ ਮਹਿਤਿਆ ਮੈਂ ਰੱਜੀ। ਸਾਧ ਸੰਗਤ ਜੀ, ਫਿਰ ਦੌਲਤਾਂ ਦਾਈ ਨੇ ਇਹ ਬਚਨ ਕੀਤੇ ਕਿ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਦੌਲਤਾਂ ਰੱਖਿਆ ਸੀ। ਮੈਂ ਬਹੁਤੇ ਬੱਚਿਆਂ ਦੇ ਜਨਮ ਸਮੇਂ ਸੇਵਾ ਨਿਭਾਈ, ਪਰ ਮੈਨੂੰ ਕਦੀ ਦੌਲਤ ਦੀ ਪ੍ਰਾਪਤੀ ਨਹੀਂ ਹੋਈ ਸੀ। ਪਰ ਪਟਵਾਰੀ ਜੀ, ਤੁਹਾਡੇ ਸਾਹਿਬਜ਼ਾਦੇ ਦੇ ਪੁੱਤਰ ਦੇ ਦਰਸ਼ਨ ਕਰਕੇ ਮੈਨੂੰ ਲੋਕ ਪਰਲੋਕ ਦੀ ਦੌਲਤ ਹਾਸਲ ਹੋ ਚੁੱਕੀ ਹੈ। ਹੁਣ ਮੈਨੂੰ ਇਸ ਮਾਇਆ ਦੀ ਕੋਈ ਲੋੜ ਨਹੀਂ ਹੈ। ਤੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਰੱਬ ਦੌਲਤਾਂ ਦਾਈ ਨੇ ਕਿਹਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ,